ਬਿਨਾਂ ਬੂਹਿਆਂ ਤੋਂ ਘਰ ਜ਼ਿੰਦਗੀ ਦਾ, ਹਵਾ ਵਾਂਗ ਲੋਕਾਂ ਦਾ ਆਉਣਾ ਤੇ ਜਾਣਾ। ਸੁਗੰਧਾਂ ਜਿਹੇ ਲੋਕ ਰਹਿੰਦੇ ਚਿਰਾਂ ਤੱਕ, ਹਵਾਵਾਂ ਦਾ ਹੁੰਦਾ ਨਾ ਕੋਈ ਟਿਕਾਣਾ। ਇਹਨਾਂ ਸਤਰਾਂ ਦੇ ਲੇਖਕ ਸਾਡੇ ਇਲਾਕੇ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਸਾਡੇ ਉੱਘੇ ਗਜ਼ਲਗੋ ਸ਼੍ਰੀ ਬੂਟਾ ਸਿੰਘ ਚੌਹਾਨ ਜੀ ਸਾਡੇ ਵਿਚਕਾਰ ਅੱਜ ਹਾਜ਼ਰ ਨੇ। STP ਦੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਅਸੀਂ ਹਮੇਸ਼ਾ ਵਾਂਗ ਹੀ ਇੱਕ ਵਾਰ ਫੇਰ ਤੁਹਾਡੇ ਰੂਬਰੂ ਹਾਂ ਸਾਡੇ ਇਲਾਕੇ ਦੀ ਉੱਘੀ ਸ਼ਖਸੀਅਤ ਲੈ ਕੇ, ਸਾਹਿਤਕ ਸ਼ਖਸੀਅਤ ਨੂੰ ਲੈ ਕੇ, ਬੂਟਾ ਸਿੰਘ ਚੌਹਾਨ ਹੋਰਾਂ ਨੂੰ। ਬੂਟਾ ਸਿੰਘ ਚੌਹਾਨ ਜੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ, ਸਾਡੇ ਚੈਨਲ ਵਿਖੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਸ਼ੁਕਰੀਆ, ਤੁਸੀਂ ਮੈਨੂੰ ਅੱਜ ਬੁਲਾ ਕੇ ਮਾਣ ਬਖਸ਼ਿਆ ਇੱਥੇ। ਮੈਂ ਸਭ ਤੋਂ ਪਹਿਲਾਂ ਬੂਟਾ ਸਿੰਘ ਚੌਹਾਨ ਬਾਰੇ ਇੱਕ ਗੱਲ ਕਹਾਂਗੀ ਕਿ ਬੂਟਾ ਸਿੰਘ ਚੌਹਾਨ ਸਿਰਫ ਗਜ਼ਲਗੋ ਹੀ ਨਹੀਂ, ਇਹ ਬਲਕਿ 21 ਕਿਤਾਬਾਂ ਦੇ ਲੇਖਕ ਨੇ, ਜਿਨ੍ਹਾਂ ਵਿਚਕਾਰ ਗਜ਼ਲ ਸੰਗ੍ਰਹਿ ਵੀ ਸ਼ਾਮਿਲ ਨੇ, ਜਿਨ੍ਹਾਂ ਵਿੱਚ ਕਾਵਿ ਸੰਗ੍ਰਹਿ ਵੀ ਸ਼ਾਮਿਲ ਹੈ, ਜਿਨ੍ਹਾਂ ਵਿੱਚ ਬਾਲ ਨਾਵਲ ਵੀ ਸ਼ਾਮਿਲ ਹੈ, ਜਿਹਦੇ ਵਿੱਚ ਬਾਲ ਕਹਾਣੀਆਂ ਵੀ ਸ਼ਾਮਿਲ ਨੇ, ਅਤੇ ਜਿਹਦੇ ਵਿੱਚ ਉਹਨਾਂ ਦੇ ਕੀਤੇ ਹੋਏ ਅਨੁਵਾਦ ਵੱਖ-ਵੱਖ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਦੇ ਮਹਾਨ ਸਾਹਿਤਕਾਰਾਂ ਦੇ ਉਹਨਾਂ ਨੇ ਅਨੁਵਾਦ ਵੀ ਕੀਤੇ ਨੇ। ਅਤੇ ਇਹ ਸਾਰੀ ਪ੍ਰਾਪਤੀ ਉਹਨਾਂ ਦੀ 21 ਕਿਤਾਬਾਂ ਦੇ ਰੂਪ ਵਿੱਚ ਸਾਡੇ ਕੋਲ ਹਾਜ਼ਰ ਹੈ। ਅਤੇ ਇਸ ਤੋਂ ਇਲਾਵਾ ਜੇ ਅਸੀਂ ਹੋਰ ਉਹਨਾਂ ਦੀ ਪ੍ਰਾਪਤੀ ਦੀ ਗੱਲ ਕਰੀਏ, ਕਿਉਂਕਿ ਇੱਕ ਤਾਂ ਹੁੰਦਾ ਹੈ ਸਿਰਫ ਲਿਖਣਾ, ਲੇਖਣੀ, ਅਤੇ ਇੱਕ ਉਹਦੇ ਨਾਲ ਹੁੰਦਾ ਹੈ ਆਪਣੀ ਲੇਖਣੀ ਨੂੰ, ਖਾਸ ਕਰਕੇ ਆਪਣੀਆਂ ਗਜ਼ਲਾਂ ਕਵਿਤਾਵਾਂ ਨੂੰ ਆਪਣੀ ਆਵਾਜ਼ ਦੇਣੀ। ਇਹ ਬੂਟਾ ਸਿੰਘ ਚੌਹਾਨ ਹੋਰਾਂ ਦੇ ਹਿੱਸੇ ਆਈ ਹੈ। ਉਹਨਾਂ ਨੇ ਆਪਣੀਆਂ ਗਜ਼ਲਾਂ ਨੂੰ ਸਿਰਫ ਕਲਮ ਹੀ ਨਹੀਂ ਦਿੱਤੀ, ਬਲਕਿ ਉਹਨਾਂ ਨੂੰ ਆਪਣੀ ਆਵਾਜ਼ ਨਾਲ ਵੀ ਸ਼ਿੰਗਾਰਿਆ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਗਜ਼ਲਾਂ ਜਿਹੜੀਆਂ ਨੇ ਸਾਨੂੰ ਅੱਜ ਸਾਡੇ ਕੋਲ ਰਿਕਾਰਡ ਪਈਆਂ ਨੇ, ਸਾਨੂੰ ਰਿਕਾਰਡਡ ਮਿਲਦੀਆਂ ਨੇ। ਤੁਸੀਂ YouTube 'ਤੇ ਉਹਨਾਂ ਨੂੰ ਸੁਣ ਵੀ ਸਕਦੇ ਹੋ। ਅਤੇ ਇਸ ਤੋਂ ਇਲਾਵਾ ਸਾਡੇ ਵੱਖਰੇ ਸਾਡੇ ਖਾਸ ਕਰਕੇ ਜੇ ਅਸੀਂ ਬਰਨਾਲਾ ਇਲਾਕੇ ਦੀ ਗੱਲ ਕਰ ਲਈਏ ਤਾਂ ਸਾਡੇ ਬਹੁਤ ਸਾਰੇ ਪਿਆਰੇ ਸਾਡੇ ਸ਼ਾਇਰਾਂ ਨੇ ਉਹਨਾਂ ਗਜ਼ਲਾਂ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ, ਉਹਨਾਂ ਨੂੰ ਗਾਇਆ ਵੀ ਹੈ। ਇਹ ਉਹਨਾਂ ਦੀ ਵੱਡੀ ਪ੍ਰਾਪਤੀ ਹੈ। ਮੈਂ ਬੂਟਾ ਸਿੰਘ ਚੌਹਾਨ ਹੋਰਾਂ ਦੀ ਜੇ ਗੱਲ ਕਰਾਂ, ਉਹ ਇੱਕ ਆਪਣੇ ਆਪ ਵਿੱਚ ਇੱਕ ਕੰਪਲੀਟ, ਪਰਫੈਕਟ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੰਪੂਰਨ ਸ਼ਖਸੀਅਤ ਨੇ, ਜਿਨ੍ਹਾਂ ਨੇ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਲੰਘਦਿਆਂ ਆਪਣੀਆਂ ਇਹਨਾਂ ਪ੍ਰਾਪਤੀਆਂ ਨੂੰ ਪ੍ਰਾਪਤ ਕੀਤਾ, ਜਿਹੜੀ ਕਿ ਹਰ ਵਿਅਕਤੀ ਦੇ ਵੱਸ 'ਚ ਨਹੀਂ ਹੁੰਦੀ। ਕਈ ਵਾਰ ਇਹ ਗੱਲ ਜਦੋਂ ਆਰਥਿਕ ਮਜਬੂਰੀਆਂ ਹੋਣ, ਆਰਥਿਕ ਅਸਾਵਾਂਪਣ ਹੋਵੇ, ਮੁਸ਼ਕਿਲਾਂ ਹੋਣ ਜ਼ਿੰਦਗੀ ਦੀਆਂ, ਘਰੇਲੂ ਮੁਸ਼ਕਿਲਾਂ ਹੋਣ, ਔਰ ਅਜਿਹੇ ਪਰਿਵਾਰਾਂ ਵਿੱਚ ਪੈਦਾ ਹੋਏ ਹੋਣ, ਕਿਰਤੀ ਪਰਿਵਾਰਾਂ ਵਿੱਚ, ਜਿੱਥੇ ਰੋਜ਼ੀ ਰੋਟੀ ਲਈ ਸੁਬਾਹ ਸ਼ਾਮ ਦਾ ਜਿਹੜਾ ਹੈ ਉਹ ਫਿਕਰ ਹੁੰਦਾ ਇਨਸਾਨ ਨੂੰ, ਅਜਿਹੇ ਪਰਿਵਾਰਾਂ ਵਿੱਚ ਪੈਦਾ ਹੋ ਕੇ ਉਹਨਾਂ ਨੇ ਸਾਹਿਤ ਜਗਤ ਵਿੱਚ ਆਪਣਾ ਨਾਮ ਬਣਾਇਆ, ਇੱਕ ਨੇਕ ਸ਼ਖਸੀਅਤ ਵਜੋਂ ਸਾਡੇ ਸਮਾਜ ਵਿੱਚ ਵਿਚਰ ਰਹੇ ਨੇ। ਅਤੇ ਇਹ ਉਹਨਾਂ ਦੀ ਸਭ ਤੋਂ ਵੱਡੀ ਸਾਡੀ ਕਹਿ ਸਕਦੇ ਹਾਂ ਪ੍ਰਾਪਤੀ ਹੈ। ਅਤੇ ਮੈਂ ਬੂਟਾ ਸਿੰਘ ਚੌਹਾਨ ਹੋਰਾਂ ਨੂੰ ਸਭ ਤੋਂ ਪਹਿਲਾ ਸਵਾਲ ਇਹੀ ਕਰੂੰਗੀ, ਚੌਹਾਨ ਸਾਹਿਬ, ਤੁਹਾਡਾ ਜਨਮ ਜਿਹੜਾ ਹੈ ਉਹ ਸਾਡੇ ਵੈਸੇ ਤਾਂ ਅਸੀਂ ਜਾਣਦੇ ਹਾਂ, ਪਰ ਤੁਸੀਂ ਆਪਣੇ ਮੂੰਹੋਂ ਦੱਸੋ, ਤੁਹਾਡਾ ਜਨਮ ਸਾਡੇ ਪੰਜਾਬ ਦੇ ਕਿਹੜੇ ਪਿੰਡ ਵਿੱਚ ਹੋਇਆ ਅਤੇ ਕਿਸ ਤਰ੍ਹਾਂ ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋਇਆ, ਕਿਹੋ ਜਿਹੀਆਂ ਹਾਲਾਤਾਂ ਦੇ ਵਿੱਚੋਂ ਆਪਣੇ ਬਰਨਾਲੇ ਜ਼ਿਲ੍ਹੇ ਦਾ ਅਖੀਰਲਾ ਪਿੰਡ ਹੈ ਤਾਜੋਕੇ। ਹਾਂ, ਇਹ ਤੋਂ ਪਹਿਲਾਂ ਉਹ ਸੰਗਰੂਰ ਦੇ ਅਖੀਰਲਾ ਪਿੰਡ ਸੀ ਉਹ, ਹੁਣ ਉਹ ਬਰਨਾਲਾ ਜ਼ਿਲ੍ਹੇ ਦੇ ਵਿੱਚ ਆ ਗਿਆ। 1958 ਦੇ ਵਿੱਚ ਮੇਰਾ ਜਨਮ ਹੋਇਆ। ਅਤੇ ਜਦੋਂ ਮੈਨੂੰ ਸੁਰਤ ਆਈ ਸਮਾਜ ਦੀ ਜਾਂ ਘਰ-ਬਾਰ ਦੀ, 5, 6, 7 ਸਾਲ ਦੇ, ਉਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਓ ਦੇ ਦੋ ਵਿਆਹ ਸੀ। ਇੱਕ ਵਿਆਹ ਤਾਂ ਪਿੰਡ ਪਹਿਲਾਂ ਸੀ, ਉਹਦੇ 5 ਬੱਚੇ ਸੀ, ਅਤੇ ਅਸੀਂ 4-5 ਅਸੀਂ ਸੀ। ਅਤੇ ਉਹ ਜਦੋਂ ਇਹ ਸਾਰੀ ਸਥਿਤੀ ਦੇਖੀ, ਉਹਦੇ 'ਚ ਮੈਨੂੰ ਅਜੀਬ ਜਿਹਾ ਲੱਗਿਆ ਵੀ ਇਹ ਗੱਲ ਕੀ ਹੈ ਸਾਰੀ। ਅਤੇ ਛੋਟਾ ਜਿਹਾ ਘਰ ਸੀ, ਉਹਦੇ ਵਿੱਚ ਹੀ ਖਾਣਾ ਪੀਣਾ, ਸੌਣਾ ਪੈਣਾ, ਬੜਾ ਮੁਸ਼ਕਿਲ ਜਿਹਾ ਲੱਗਦਾ ਸੀ। ਹੁਣ ਜਿਵੇਂ ਸਾਡੇ ਘਰੇ ਕਿਰਤ ਦਾ ਮਾਹੌਲ ਸੀ, ਕਿਰਤ ਦਾ ਮਾਹੌਲ ਕਰਕੇ ਮੈਂ ਕਿਰਤ ਦੇ ਲੜ ਲੱਗਿਆ। ਬਹੁਤ ਛੋਟੀ ਉਮਰ ਦੇ ਵਿੱਚ ਹੀ ਮੈਂ ਕਿਰਤ ਦੇ ਲੜ ਲੱਗਿਆ। ਉਹ ਜਿਵੇਂ ਜਿਹੜੇ ਸਰੋਂ ਹੁੰਦੀ ਖੇਤਾਂ 'ਚ, ਤਾਂ ਉਹ ਜਦੋਂ ਕਿਸਾਨ ਉਹ ਤੋਂ ਫਲੀਆਂ ਵੱਢ ਲੈਂਦੇ, ਉਹਨਾਂ ਬਾਕੀ ਦਾ ਜਿਹੜੇ ਥੱਲੇ ਸਲਰੇ ਬਚ ਰਹਿੰਦੇ, ਉਹ ਮੈਂ ਛੋਟੇ ਹੁੰਦੇ ਨਹੀਂ ਤੇ ਦੂਜੀਆਂ ਤੀਜੀ ਦੇ ਵਿੱਚ ਹੀ ਉਹ ਇੰਨੇ ਇਕੱਠੇ ਕਰ ਲੈਣੇ ਕਿ ਮੇਰੀ ਮਾਂ ਨੂੰ ਸਾਲ ਭਰ ਉਹ ਮੁੱਕਦੇ ਨਾ, ਬਾਲਣ ਵਜੋਂ। ਹਾਂ, ਬਾਲਣ ਵਜੋਂ। ਅਤੇ ਜਦੋਂ ਕਿ ਜੇ ਇਖ ਵੀ ਜਾਇਦਾ ਪਿੰਡ ਦੇ ਵਿੱਚ ਸਾਡੇ, ਉਹ ਇਖ ਦੇ ਆਗ ਜਿਹੜੇ ਵਾਰ ਅਤੇ ਐਤਵਾਰ ਨੂੰ ਆ ਕੇ ਐਤਵਾਰ ਸਾਰਾ ਦਿਨ, ਉਹ ਮੈਂ ਇੰਨੇ ਘੜ ਦਿੰਦਾ ਸੀ ਕਿ ਮੇਰੀਆਂ 2 ਭੈਣਾਂ ਮੇਰੇ ਘੜੇ ਹੋਏ ਆਗ ਚੱਕ ਕੇ ਲੈ ਕੇ ਆਉਂਦੇ, ਅਤੇ ਹਫ਼ਤਾ ਸਾਡੇ ਮੱਝ ਜਿਹੜੀ ਹੁੰਦੀ ਉਹਨੂੰ ਮੁੱਕਦੇ ਨਹੀਂ ਸੀ।
ਆਖਣ ਦਾ ਮਤਲਬ ਬਹੁਤ ਛੋਟੀ ਉਮਰ ਦੇ ਵਿੱਚ ਮੈਂ ਕਿਰਤ 'ਤੇ ਲੜ ਲੱਗਿਆ। ਉਹ ਤੇ ਇਸ ਕਰਕੇ ਮੌਸਮ ਦਾ ਕੋਈ ਗਰਮੀ ਹੋਵੇ ਸਰਦੀ ਹੋਵੇ ਉਹਦਾ ਮੇਰੇ 'ਤੇ ਹੁਣ ਵੀ ਪ੍ਰਭਾਵ ਨਹੀਂ ਪੈਂਦਾ, ਨਾ ਉਦੋਂ ਪੈਂਦਾ ਸੀ। ਹਾਂ, ਅਤੇ ਵਿਹਲਾ ਬਹਿਣਾ ਮੇਰੇ ਵਾਸਤੇ ਬਹੁਤ ਵੱਡੀ ਸਜ਼ਾ ਹੈ ਹੁਣ ਵੀ। ਉਸ ਪਿੱਛੋਂ ਮੈਂ ਜਿਹੜੇ ਕੰਮ ਕੀਤੇ, ਰੁਝੇਵਿਆਂ ਵਾਲੇ ਕੰਮ ਕੀਤੇ, 18 ਘੰਟੇ ਕੰਮ ਕੀਤਾ, 22 ਘੰਟੇ ਵੀ ਮੈਨੂੰ ਦਿਨ ਦੇ ਵਿੱਚ ਕੰਮ ਕਰਨਾ ਪਿਆ। ਉਹਦੇ 'ਚ ਮੈਨੂੰ ਮੁਸ਼ਕਿਲ ਨਹੀਂ ਸੀ ਆਉਂਦੀ, ਕਿਉਂਕਿ ਸਰੀਰ ਉਹਨਾਂ ਗੱਲਾਂ 'ਤੇ ਲੱਗਿਆ ਹੋਇਆ ਸੀਗਾ। ਉਹ ਗੱਲ ਬਹੁਤ ਸੁਣ ਕੇ ਬੜੀ ਹੈਰਾਨੀ ਦੀ ਗੱਲ ਹੈ, ਅਤੇ ਇਹ ਸਾਡੇ ਲਈ ਪ੍ਰੇਰਨਾ ਸਰੋਤ ਵੀ ਹੈ ਕਿ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਕਿਰਤ ਨਾਲ ਜੁੜ ਕੇ ਆਪਣੀ ਇਸ ਜ਼ਿੰਦਗੀ ਦੀ ਐਡੀ ਪ੍ਰਾਪਤੀ ਕੀਤੀ ਹੈ। ਅਤੇ ਤੁਸੀਂ ਸਾਹਿਤ ਨਾਲ ਚੌਹਾਨ ਸਾਹਿਬ ਕਿਵੇਂ ਜੁੜੇ? ਤੁਸੀਂ 21 ਕਿਤਾਬਾਂ ਦੇ ਲੇਖਕ ਹੋ, ਜਿਹਦੇ ਵਿੱਚ ਕਵਿਤਾ ਵੀ ਸ਼ਾਮਿਲ ਹੈ, ਜਿਹਦੇ ਵਿੱਚ ਨਾਵਲ ਵੀ ਸ਼ਾਮਿਲ ਹੈ, ਜਿਹਦੇ ਵਿੱਚ ਅਨੁਵਾਦ ਵੀ ਸ਼ਾਮਿਲ ਨੇ। ਤੁਸੀਂ ਸਾਹਿਤ ਨਾਲ ਕਿਵੇਂ ਜੁੜੇ? ਤੁਹਾਡੀ ਪ੍ਰੇਰਨਾ ਸਰੋਤ ਜਿਹੜਾ ਸਾਹਿਤ, ਤੁਸੀਂ ਇਸ ਤਰ੍ਹਾਂ ਦੀ ਕਿਰਤੀ ਪਰਿਵਾਰ ਵਿੱਚ ਤੁਸੀਂ ਕੰਮ ਕਰਦੇ ਸੀ? ਉਹ ਸਾਹਿਤ ਨਾਲ ਜੁੜਨ ਦਾ ਤਾਂ ਆਪਾਂ ਇਹੋ ਕਹਿ ਸਕਦੇ ਹਾਂ ਵੀ ਸਾਡੇ ਗੁਆਂਢ ਦੇ ਵਿੱਚ ਇੱਕ ਸਟਾਫ ਨਰਸ ਲੱਗੀ ਹੁੰਦੀ ਸੀ, ਦਿਆਵੰਤੀ। ਉਹਨਾਂ ਦੇ ਘਰ ਵਾਲੇ ਜਿਹੜੇ ਮਾਸਟਰ ਰਘਵੀਰ ਸਿੰਘ, ਉਹ ਰੂੜੇ ਕੇ ਲੱਗੇ ਹੁੰਦੇ ਸੀ। ਰੂੜੇ ਕੇ ਰਾਮ ਸਰੂਪ ਅਣਖੀ ਵੀ ਉੱਥੇ ਸੀ। ਉਹਨਾਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਅਣਖੀ ਦੀਆਂ ਉਹਨਾਂ ਦਿਨਾਂ 'ਚ 3-4 ਕਿਤਾਬਾਂ ਛਪੀਆਂ ਸੀ, ਉਹ ਲੈ ਕੇ ਆਉਂਦੇ। ਅਸੀਂ ਬੱਚੇ ਲੈ ਕੇ ਉਹਨਾਂ ਤੋਂ ਪੜ੍ਹਦੇ। ਅਤੇ ਇੱਕ ਮੇਰਾ ਭਾਈ ਸੀ ਵੱਡਾ ਮੱਖਣ ਸਿੰਘ, ਉਹ ਬਿਜਲੀ ਬੋਰਡ ਦੇ ਵਿੱਚ SDO ਰਿਟਾਇਰ ਹੋਇਆ। ਉਹਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਉਹ SD ਕਾਲਜ ਦੇ ਸਟੂਡੈਂਟ ਹੈ ਮੇਰਾ ਭਾਈ ਇੱਥੇ। ਅਤੇ ਉਹ ਕਿਤਾਬਾਂ ਲਿਆਉਂਦੇ, ਅਸੀਂ ਮਤਲਬ ਪੜ੍ਹਦੇ ਰਹਿੰਦੇ। ਹੋ ਮਤਲਬ ਪ੍ਰਾਇਮਰੀ ਤੱਕ ਮੈਂ 15-20 ਕਿਤਾਬਾਂ ਅੱਛਾ ਪੜ੍ਹ ਲਈਆਂ ਸੀਗੀਆਂ, 5ਵੀਂ 6ਵੀਂ ਤੱਕ। ਮਤਲਬ 6ਵੀਂ ਤੋਂ ਬਾਅਦ ਤਾਂ ਇੱਥੋਂ ਤੁਹਾਨੂੰ ਪੜ੍ਹਨ ਦੀ ਚੇਟਕ ਲੱਗ ਗਈ। ਹਾਂ। ਅਤੇ ਰਘਵੀਰ ਸਿੰਘ ਆਪ CPI ਦਾ ਮੈਂਬਰ ਸੀ। CPI ਦਾ ਮੈਂਬਰ ਹੋਣ ਕਰਕੇ ਰੁਚੀ ਰੱਖਦੇ, CPI ਨਾਲ ਸਹਿਮਤੀ ਸੀ ਉਹਨਾਂ ਦੀ। ਅਤੇ ਉਹ ਵੀ ਸਾਨੂੰ ਅਗਾਂਹ ਵਧੂ ਵਿਚਾਰਧਾਰਾ ਦੇ ਲੜ ਛੋਟੀ ਉਮਰ 'ਚ ਹੀ ਲਾਤਾ ਸੀ ਉਹਨਾਂ ਨੇ। ਇੱਥੋਂ ਥੋੜ੍ਹੀ ਜਿਹੜੀ ਸੋਚ ਹੈ ਉਹ ਅਗਾਂਹ ਵਧੂ ਜਿਹੜੀ ਹੈ ਉਹਦੀ ਹੋ ਗਈ। ਬਹੁਤ ਵਧੀਆ ਲੱਗਿਆ ਸੁਣ ਕੇ। ਚੌਹਾਨ ਸਾਹਿਬ, ਤੁਸੀਂ ਬੇਸਿਕਲੀ ਜਿਹੜੀ ਹੈ ਗਜ਼ਲ ਦੀ ਸਿਨਫ ਨਾਲ ਜੁੜੇ ਹੋ। ਮਤਲਬ ਅਸੀਂ ਦੇਖਿਆ ਵੀ ਸਾਡੀ ਜਿਹੜੀ ਪਾਰੰਪਰਿਕ ਗਜ਼ਲ ਨਾਲੋਂ ਸਾਡੀ ਜਿਹੜੀ ਮਾਡਰਨ ਗਜ਼ਲ ਹੈ, ਅੱਜ ਦੀ ਗਜ਼ਲ ਹੈ, ਆਧੁਨਿਕ ਗਜ਼ਲ ਹੈ, ਉਹ ਕਾਫੀ ਅੱਗੇ ਲੰਘ ਗਈ ਹੈ। ਅਤੇ ਅਸੀਂ ਸਾਡੀਆਂ ਨਵੀਆਂ ਬਹਿਰਾਂ ਵੀ ਬਹੁਤ ਸਾਰੀਆਂ ਆ ਗਈਆਂ ਨੇ। ਅਸੀਂ ਬਹੁਤੇ ਵਾਰੀ ਪੈਮਾਨੇ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਪੈਮਾਨੇ ਵਿੱਚ ਲਿਖੀ ਜਾਣ ਵਾਲੀ ਸਿਨਫ ਹੈ। ਅਤੇ ਤੁਸੀਂ ਇਹਦੇ ਨਾਲ ਜੁੜੇ ਹੋ, ਅਤੇ ਤੁਸੀਂ ਕੋਈ ਇਹਦੇ ਲਈ ਵੱਖਰਾ ਉਸਤਾਦ ਧਾਰਿਆ, ਜਾਂ ਤੁਸੀਂ ਵੀ ਮਤਲਬ ਇਹਦੇ ਵਿੱਚ ਤੁਸੀਂ ਗਜ਼ਲ ਲਿਖਣ ਵਿੱਚ ਪ੍ਰਪੱਕ ਕਿਵੇਂ ਹੋਏ? ਇਹ 1980 ਦੇ ਨੇੜੇ ਤੇੜੇ ਦੀ ਗੱਲ ਹੈ। ਉਦੋਂ ਸਾਡੇ ਤਪਾ ਮੰਡੀ ਦੇ ਕੋਲ ਰਾਮਪੁਰਾ ਸੀ। ਰਾਮਪੁਰੇ ਤੋਂ ਜਸ਼ਪਾਲ ਕਈ ਗਜ਼ਲਕਾਰ ਹੁੰਦੇ ਸੀ, ਉਹ ਮੈਥੋਂ 3-4 ਸਾਲ ਉਮਰ 'ਚ ਵੱਡੇ ਸੀਗੇ। ਉਹ ਗਜ਼ਲਾਂ ਲਿਖਦੇ ਸੀ। ਉਹ ਟੈਲੀਫੋਨ ਐਕਸਚੇਂਜ ਦੇ ਵਿੱਚ ਲੱਗੇ ਹੋਏ ਸੀ। ਅਤੇ ਇੱਕ ਮੁੰਡਾ ਨਵਕਿਰਨ ਸੀ ਉੱਥੋਂ ਦਾ। ਕਦੇ ਉਹ ਮੇਰੇ ਕੋਲ ਇੱਥੇ ਤਪੇ ਆ ਜਾਂਦੇ, ਕਦੇ ਮੈਂ ਉਹਨਾਂ ਕੋਲ ਚਲਾ ਜਾਂਦਾ। ਉਦੋਂ ਅਸੀਂ ਗਜ਼ਲ ਦੇ ਬਹਿਰ ਵਜਨ ਬਾਰੇ ਗੱਲਾਂ ਕਰਦੇ। ਜਦੋਂ ਗੱਲਾਂ ਕਰਦੇ, ਉਹਨਾਂ ਤੋਂ ਮੈਨੂੰ ਪਤਾ ਲੱਗਦਾ ਵੀ ਇੰਨਾ ਵਜ਼ਨ ਕੀ ਹੁੰਦਾ ਹੈ, ਅਤੇ ਇਹਦੇ ਕਿੱਦਾਂ ਬਹਿਰਾਂ ਹੁੰਦੀਆਂ ਨੇ, ਜਾਂ ਕਿਵੇਂ ਇਹ ਲਿਖਣਾ ਚਾਹੀਦਾ। ਉਹਨਾਂ ਨੇ ਮੈਨੂੰ ਜਵਾਨੀ ਕਲਾਮੀ ਦੱਸਣਾ। ਉਸਤਾਦ ਜਸ਼ਪਾਲ ਘਈ ਵੀ ਕਿਸੇ ਦਾ ਨਹੀਂ ਸੀਗਾ, ਅਤੇ ਮੈਂ ਉਹਨਾਂ ਤੋਂ ਸਿੱਖ ਕੇ ਉਸ ਪਿੱਛੋਂ ਗਜ਼ਲਾਂ ਬਾਰੇ ਕਿਤਾਬਾਂ ਸਿੱਖੀਆਂ। ਡਾਕਟਰ ਜੋਗਿੰਦਰ ਸਿੰਘ ਦੀ ਕਿਤਾਬ ਸੀ ਪਿੰਗਲ ਤੇ ਰੂਜ, ਉਹ ਮੈਂ ਪਿੱਛੋਂ ਜਾ ਕੇ ਪੜ੍ਹੀ 84-85 ਦੇ ਕਰੀਬ ਜਾ ਕੇ। ਉਹਦੇ ਵਿੱਚੋਂ ਕਾਫੀ ਸੇਧ ਮਿਲੀ। ਉੱਦਾਂ ਪਰ ਦੀਪ ਜਤੋਈ ਜੀ ਜਿਹੜੇ ਆਪਣੇ ਪ੍ਰਸਿੱਧ ਗਜ਼ਲਕਾਰ ਸੀ ਜੈਤੋਂ ਵਾਲੇ, ਉਹਨਾਂ ਨਾਲ ਮੈਂ ਕਵੀ ਦਰਬਾਰ ਕਰਨੇ ਸ਼ੁਰੂ ਕੀਤੇ। ਜਦੋਂ ਪੰਜਾਬ ਦੇ ਵਿੱਚ ਇੱਥੇ ਮਾਹੌਲ ਵਿਗੜਨਾ ਸ਼ੁਰੂ ਹੋਇਆ, ਉਦੋਂ ਪੰਜਾਬ ਸਰਕਾਰ ਨੇ ਆਪਦੇ ਮਹਿਕਮੇ ਉਹਦੇ ਰਾਹੀਂ ਅੱਡ ਸ਼ਹਿਰਾਂ ਦੇ ਵਿੱਚ ਕਵੀ ਦਰਬਾਰ ਕਰਵਾਉਣੇ ਸ਼ੁਰੂ ਕੀਤੇ। ਉੱਥੇ ਅਸੀਂ ਸਾਰੇ ਉਹੀ ਬੰਦੇ ਹੁੰਦੇ, ਸੰਤ ਰਾਮ ਉਦਾਸੀ ਵੀ ਹੁੰਦੇ, ਜਤੋਈ ਸਾਹਿਬ ਵੀ ਹੁੰਦੇ, ਅਤੇ ਕਵੀ ਦਰਬਾਰ ਲੋਕ ਬੜੇ ਸੁਣਨ ਵਾਸਤੇ ਆਉਂਦੇ। ਉੱਥੇ ਮੌਕਾ ਮਿਲਦਾ, ਜੇ ਕੋਈ ਮਨ 'ਚ ਉਲਝਣ ਹੋਣੇ, ਅਸੀਂ ਸਵਾਲ ਕਰਨਾ, ਉਹ ਜਤੋਈ ਸਾਹਿਬ ਨੇ ਸਾਨੂੰ ਦੱਸ ਦੇਣਾ ਵੀ ਇਹਦੀ ਗੱਲ ਐਂ ਮਤਲਬ ਹੈ। ਹੁਣ ਜਿਵੇਂ ਤੁਸੀਂ ਦੱਸਿਆ ਵੀ ਆਧੁਨਿਕ ਗਜ਼ਲ ਅਤੇ ਮਤਲਬ ਪੁਰਾਤਨ ਗਜ਼ਲ ਦਾ ਕੀ ਅੰਤਰ ਹੈ, ਉਹਦਾ ਅੰਤਰ ਦੇਖੋ। ਜਿਹੜੀ ਬਹਿਰ ਹੈ, ਉਹ ਤਾਂ ਬਹਿਰ ਤਾਂ ਅੱਜ ਤੋਂ 300-400 ਸਾਲ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਬਹਿਰਾਂ ਤਾਂ ਉਹੀ ਨੇ। ਕੋਈ ਨਵੀਂ ਬਹਿਰ ਨਹੀਂ ਆ ਸਕਦੀ, ਕਿ ਨਾ ਕੋਈ ਨਵੀਂ ਬਹਿਰ ਗਜ਼ਲਕਾਰ ਕੋਈ ਲੈ ਕੇ ਆਇਆ। ਪੁਰਾਣੀਆਂ 22 ਬਹਿਰਾਂ ਨੇ, ਉਹ 22 ਦੇ ਵਿੱਚੋਂ ਕੋਈ ਵਧਾ ਘਟਾ ਕੇ ਵੱਧ ਘੱਟ ਹੋ ਜਾਣ। ਜਿਵੇਂ ਆਪਾਂ ਸਵੈਟਰ ਦੇ ਜਿਹੜੇ ਜੋਟੇ ਆ ਵੱਧ ਘੱਟ ਕਰਕੇ ਛੋਟਾ ਬਣਾ ਲਿਆ, ਵੱਡਾ 22 ਬਹਿਰਾਂ ਨੂੰ ਹੀ ਵਰਤ ਰਹੇ ਹਾਂ ਅਸੀਂ। ਹਾਂ, ਉਹੀ 22 ਬਹਿਰਾਂ ਨੇ, ਅਤੇ ਉਹਨਾਂ ਵਰਤ ਰਹੇ।
ਬਾਕੀ ਜਿਹੜੀ ਗੱਲ ਵਿਚਾਰਾਂ ਦੀ ਰਹੀ, ਅੱਗੇ ਜਿਵੇਂ ਰੋਮਾਂਟਿਕ ਗੀਤ ਚੱਲਦੇ ਹੁੰਦੇ, ਉਹ ਰੋਮਾਂਟਿਕ ਗੀਤ ਦੇ ਆਧਾਰ 'ਤੇ ਰੋਮਾਂਟਿਕ ਗਜ਼ਲ ਕਾਫੀ ਦੇਰ ਸਾਡੇ ਛਾਈ ਰਹੀ। ਉਦੋਂ ਪਹਿਲਾਂ ਜਦੋਂ ਰਾਜਾ ਮਹਾਰਾਜਾ ਵੇਲੇ ਦੇ ਵਿੱਚ ਤਾਂ ਉਹ ਦਰਬਾਰ ਦੀ ਚੀਜ਼ ਸੀ। ਹਾਂ, ਰਾਜ ਦਰਬਾਰਾਂ ਵਿੱਚ ਔਰਤ ਦੇ ਸੁਪਨ ਦਾ ਜ਼ਿਕਰ ਹੋਣਾ ਜਾਂ ਹੋਰ ਹੋਣਾ, ਉਹ ਰਾਜਾ ਦਰਬਾਰਾਂ ਦੇ ਵਿੱਚ ਰਾਜਾ ਹੁੰਦਾ ਤੇ ਉਹਨੂੰ ਸੁਣਾਉਣ ਖੁਸ਼ ਕਰਨ ਦੇ ਵਿੱਚ ਹੀ ਉਹ ਸਾਰੇ ਕਵੀ ਜਿਹੜੇ ਸੀਗੇ ਉਹ। ਹਾਂਜੀ, ਇਹ ਜਿਹੜੀਆਂ ਬਹਿਰਾਂ ਸੀਗੀਆਂ ਉਹ ਮੈਂ ਅਧਿਐਨ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ। ਅਤੇ ਫਿਰ ਅਚਨਚੇਤ ਜਿਹੜੀਆਂ ਬਹਿਰਾਂ ਸੀਗੀਆਂ, ਅਤੇ ਮੈਂ ਛੋਟਾ ਉਮਰ ਦੇ ਸਿਲਾਈ ਦਾ ਕੰਮ ਕਰਦਾ ਰਿਹਾ। ਸਿਲਾਈ ਦਾ ਕੰਮ ਮਤਲਬ ਮੈਂ ਤਪਾ ਮੰਡੀ ਮੇਰੀ ਦੁਕਾਨ ਸੀ। ਉਦੋਂ ਪਹਿਲਾਂ ਉਹ ਥੜੇ 'ਤੇ ਜਿਹੜੇ ਲੋਕ ਜਿਵੇਂ ਕੱਪੜੇ ਸਿਉਂਦੇ ਦਰਜੀ, ਉਹ ਕੰਮ ਕੀਤਾ। ਫਿਰ ਮੈਂ ਤਰੱਕੀ ਕਰਕੇ ਆਪਣੀ ਦੁਕਾਨ, ਮੈਂ ਤਪਾ ਮੰਡੀ 'ਚ ਪਹਿਲੀ ਦੁਕਾਨ ਮੇਰੀ ਸੀ ਉਹ। ਮੇਰੀ ਦੁਕਾਨ ਦੇ ਵਿੱਚੋਂ 100 ਦੁਕਾਨ ਘੱਟੋ ਘੱਟ ਹੋਰ ਨਿਕਲੀ। ਮੁੰਡੇ ਮੈਥੋਂ ਸਿੱਖ ਕੇ ਗਾਂ, ਉਹਨਾਂ ਨੇ ਬੱਚੇ ਕੰਮ ਸਿਖਾਏ ਅੱਗੇ ਦੀ ਅੱਗੇ, ਅੱਗੇ ਦੀ ਅੱਗੇ। ਮਤਲਬ ਕਿ ਜਿਵੇਂ ਕੋਈ ਇੰਡਸਟਰੀ ਹੁੰਦੀ ਹੈ, ਇੰਡਸਟਰੀ ਵਾਂਗੂ ਮੈਂ ਚਲਾ ਕੇ ਬਹੁਤ। ਅੱਛਾ, ਫਿਰ ਜਿਹੜੀ ਮੇਰੇ ਨਾਲ ਮੇਰੇ ਘਰ ਦੇ ਮਤਲਬ ਲੜਦੇ ਵੀ ਸੀ, ਉਹ ਮੈਨੂੰ ਕਹਿੰਦੇ ਤੂੰ ਬਾਲਮੀਕੀਆਂ ਦੇ ਮੁੰਡਿਆਂ ਨੂੰ ਕੰਮ ਸਿਖਾਈ ਜਾਂਦਾ, ਆਹ ਦਲਿਤਾਂ ਦੇ ਮੁੰਡੇ ਨੂੰ ਕੰਮ ਸਿਖਾਈ ਜਾਂਦਾ, ਆਪਣੇ ਠੂਠੇ ਲੱਤ ਕਿਉਂ ਮਾਰਦਾ ਤੂੰ। ਮੇਰੇ 'ਚ ਬਚਪਨ ਤੋਂ ਹੀ ਕੋਈ ਜਾਤੀਵਾਦ ਦਾ ਹੋਰ ਕਿਸੇ ਪ੍ਰਤੀ ਨਫ਼ਰਤ ਨਹੀਂ, ਅਤੇ ਮੈਂ ਸੈਕੂਲਰ, ਨਾ ਧਰਮ ਪ੍ਰਤੀ ਨਾ ਮੇਰਾ ਜਾਤ ਪ੍ਰਤੀ। ਅਤੇ ਉਹ ਮੇਰਾ ਸੁਭਾਅ ਹੁਣ ਵੀ ਹੈ, ਮੈਨੂੰ ਕਿਸੇ ਕਿਸਮ ਦੀ ਨਫ਼ਰਤ ਮਤਲਬ ਹੁਣ ਵੀ ਜਿਹੜੇ ਮੇਰੇ ਦੋਸਤ ਹੈ ਹਰ ਜਾਤੀ ਦੇ ਵਿੱਚੋਂ ਨੇ, ਮਤਲਬ ਮੈਂ ਬੰਦੇ 'ਚ ਬੰਦਾ ਭਾਲਦਾ। ਜੇ ਬੰਦੇ 'ਚ ਬੰਦਾ ਨਹੀਂ, ਭਾਵੇਂ ਸਵਰਨ ਜਾਤੀ ਹੋਵੇ ਜਾਂ ਉਹ ਲੱਖ ਕਰੋੜਪਤੀ ਹੋਵੇ ਜਾਂ ਅਰਬਾਂ ਜ਼ਮੀਨ ਦਾ ਮਾਲਕ ਹੋਵੇ, ਮੈਨੂੰ ਉਹ ਬੰਦਾ ਫਿੱਟ ਨਹੀਂ ਆਉਂਦਾ। ਮਨੁੱਖ ਦੇ ਵਿੱਚ ਮਨੁੱਖ ਮੈਨੂੰ ਮਿਲਣਾ ਚਾਹੀਦਾ, ਮੈਨੂੰ ਮਨੁੱਖ ਦੀ ਲੋੜ ਹੈ। ਹਾਂ, ਦਲਿਤਾਂ ਦੇ ਵਿੱਚੋਂ ਮਤਲਬ ਮੇਰੇ ਬਹੁਤ ਵਧੀਆ ਦੌਰ ਵਿੱਚ ਮਨੁੱਖ ਹੀ ਗਵਾਚ ਗਿਆ ਹੈ। ਬਿਲਕੁਲ, ਅਸਲ ਦੇ ਵਰਤਦੇ ਹੀ ਮਨੁੱਖ ਨਾਲ ਮਨੁੱਖ ਹੈ। ਜਦੋਂ ਦੋ ਦੋਸਤਾਂ 'ਚੋਂ ਇੱਕ ਬੰਦਾ ਮਨੁੱਖ ਨਹੀਂ ਰਹਿੰਦਾ ਤਾਂ ਉਹ ਟੁੱਟ ਜਾਂਦੇ। ਆਪਸ ਜਿਹੜੀ ਬਣਤਰ ਹੈ, ਉਹ ਜਿਹੜੀ ਬੁਨਿਆਦ ਹੈ ਦੋਸਤੀ ਦੀ, ਉਹ ਵਿਚਾਰਧਾਰਾ ਅਤੇ ਵਿਚਾਰਾਂ 'ਤੇ ਆਧਾਰਿਤ ਹੁੰਦੀ ਹੈ। ਜਦੋਂ ਵਿਚਾਰ ਬਦਲ ਜਾਂਦੇ ਆ, ਉਹ ਦੋਸਤਾਂ ਟੁੱਟ ਜਾਂਦੀਆਂ, ਨਜ਼ਰੀਏ ਬਦਲ ਜਾਂਦੇ, ਉਹ ਦੋਸਤਾਂ ਟੁੱਟ ਜਾਂਦੀਆਂ ਨੇ। ਬਹੁਤ ਵਧੀਆ ਗੱਲ ਕਹੀ ਹੈ ਤੁਸੀਂ, ਕਿਉਂਕਿ ਜੇ ਅਸੀਂ ਹੁਣ ਦੇਖੀਏ ਵਰਤਮਾਨ ਦੌਰ ਜਿਹੜਾ ਇੰਨੇ ਅਸਾਮੇਪਣ ਦਾ ਦੌਰ ਹੈ, ਇਨਸਾਨੀਅਤ ਖਤਮ ਹੋ ਰਹੀ ਹੈ, ਅਤੇ ਇਹੀ ਭਾਵਨਾ ਜਿਹੜੀ ਹੈ ਸਾਡੇ ਸਾਰੇ ਵਿਦਵਾਨ ਲੇਖਕਾਂ ਵਿੱਚੋਂ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਉਹ ਹੀ ਸਾਡੀ ਨਵੀਂ ਪੀੜ੍ਹੀ ਨੂੰ ਕਿਸ ਤਰ੍ਹਾਂ ਸੇਧ ਦੇ ਸਕਦੇ ਨੇ, ਦੇ ਵੀ ਸਕਦੇ ਨੇ ਉਹ, ਕਿ ਵਰਤਮਾਨ ਜਿਹੜਾ ਦੌਰ ਹੈ ਉਹ ਇਸੇ ਮਤਲਬ ਤਰਾਸਦੀ 'ਚੋਂ ਗੁਜ਼ਰ ਰਿਹਾ ਹੈ ਕਿ ਅਸੀਂ ਮਨੁੱਖ 'ਚੋਂ ਮਨੁੱਖ ਨਹੀਂ ਕਰਦੇ। ਆਪਣੇ ਜੀਵਨ 'ਚ ਮੈਥ ਹੈ, ਮੈਥ ਦਾ ਜਿਹੜੀ ਸਾਡੇ ਜੀਵਨ ਮੈਥ ਆਧਾਰਿਤ ਹੋ ਗਿਆ, ਸਮੀਕਰਨਾਂ ਬਣ ਗਈਆਂ। ਉਦਾਹਰਨ ਵਜੋਂ ਵੀ ਮਤਲਬ ਵੀ ਜੇ ਆਹ ਕਰਾਂਗੇ ਤਾਂ ਐਂ ਹੋ ਜੂ, ਜੇ ਮੈਂ ਕੁਛ ਕਰੂੰਗਾ, ਇਹ ਮੇਰਾ ਕੀ ਕਰਦਾ। ਜੋੜ ਘਟਾਓ ਜਿਹੜਾ ਹੈਗਾ, ਜੋੜ ਘਟਾਓ ਹੋਣ ਕਰਕੇ ਅਸੀਂ ਇਕਾਈਆਂ ਬਣ ਕੇ ਰਹਿ ਗਏ। ਇੱਕ ਜੀਵਨ ਦੀਆਂ ਲੋੜਾਂ ਵੱਧ ਗਈਆਂ, ਆਪਸ ਵਿੱਚ ਰਿਸ਼ਤਿਆਂ 'ਚ ਵੀ ਖਿੱਚੋਤਾਣ ਹੈ। ਉਹਦਾ ਮਤਲਬ ਜੋ ਜਾਇਦਾਦ ਜਿੰਨੀ ਕੁ ਹੈ ਉਹਦੀ ਵੰਡ ਦੇ ਰੌਲੇ, ਜਾਂ ਕੋਈ ਵੱਧ ਲੈ ਗਿਆ ਜਾਂ ਘੱਟ ਲੈ ਗਿਆ, ਕੋਈ ਇਸ ਤਰ੍ਹਾਂ ਦੀਆਂ ਮਤਲਬ ਸਥਿਤੀਆਂ ਹੈਗੀਆਂ। ਅਤੇ ਜਿਹੜਾ ਬੇਗਾਨਾਪਣ ਹੈ, ਉਹ ਬੇਗਾਨਾਪਣ ਜਿਹੜਾ ਉਹ ਲਾਲਚ ਦੇ ਵਿੱਚੋਂ ਹੈ। ਹੁਣ ਬੇਗਾਨਾਪਣ ਕੀ ਹੈ, ਹੁਣ ਨੈਪਕਿਨ ਜਦੋਂ ਦਾ ਸਾਡੇ ਆਇਆ, ਉਹ ਨੈਪਕਿਨ ਨੇ ਸਾਨੂੰ ਕਹਿਤਾ ਵੀ ਤੁਸੀਂ ਹੱਥ ਲਿਬੜਿਆ, ਉਹ ਹੱਥ ਲਿਬੜਿਆ ਸਾਫ਼ ਕਰੋ, ਉਹਨੂੰ ਸੁੱਟ ਦਿਓ। ਐਂ ਰਿਸ਼ਤੇ ਨਾਤੇ ਹੋ ਗਏ ਵੀ ਜਦੋਂ ਕੋਈ ਬੰਦਾ ਕਿਸੇ ਦੇ ਕੰਮ ਦਾ ਨਹੀਂ ਰਹਿੰਦਾ, ਉਹ ਨੈਪਕਿਨ ਵਾਂਗੂ ਉਹਨੂੰ ਸੁੱਟ ਦਿੰਦਾ। ਸੁੱਟ ਦਿਓ। ਇੱਥੋਂ ਤੱਕ ਕਿ ਮਾਂ ਬਾਪ ਤੱਕ ਵੀ ਲੋਕਾਂ ਨੇ ਉਹ ਸੁੱਟੇ ਹੋਏ। ਹੁਣ ਚੰਡੀਗੜ੍ਹ ਦੇ ਵਿੱਚ ਅਨੇਕਾਂ ਸੰਸਥਾਵਾਂ ਹੁਣ ਬੰਦਾ ਬਾਹਰ ਸੁਣਦੇ ਹੁੰਦੇ, ਹੁਣ ਚੰਡੀਗੜ੍ਹ ਦੇ ਵਿੱਚ ਵੀ ਹੈ ਜਿਹੜੇ ਅਫਸਰ ਲੱਗੇ ਹੋਏ ਵੱਡੇ, ਉਹ ਮਾਂ ਬਾਪ ਨੂੰ ਉੱਥੇ ਛੱਡ ਆਉਂਦੇ ਆ, ਉਹਦਾ ਪੂਰਾ ਖਰਚਾ ਦੇ ਕੇ 5,000 10,000 ਰੁਪਇਆ ਦੇ ਕੇ। ਬਕਾਇਦਾ ਦੁਕਾਨਾਂ ਖੋਲ੍ਹੀਆਂ ਹੋਈਆਂ ਲੋਕਾਂ ਦੀਆਂ, ਉਹ 10,000 ਰੁਪਇਆ ਲੈਂਦਾ ਮਹੀਨੇ ਦਾ, ਹਫ਼ਤੇ ਬਾਅਦ ਜਾ ਕੇ ਮਿਲਿਆ ਆਉਂਦਾ ਜਾਂ ਹੋਰ ਆਉਂਦੇ ਆ। ਇਹ ਗੱਲਾਂ ਘੱਟੋ ਘੱਟ ਸਾਡੇ ਵੇਲੇ ਨਹੀਂ ਸੀ। ਇਹ ਸਾਡਾ ਜਿਹੜਾ ਸਮਾਜ ਹੈ, ਇਸ ਪੱਖੋਂ ਅਸੀਂ ਸਾਨੂੰ ਬਹੁਤ ਬੁਰੀਆਂ ਲੱਗਦੀਆਂ। ਬਿਲਕੁਲ ਬਿਲਕੁਲ। ਚੌਹਾਨ ਸਾਹਿਬ, ਤੁਹਾਡੀਆਂ ਗੱਲਾਂ ਬੜੀਆਂ ਸਾਨੂੰ ਇਨਸਾਨੀਅਤ ਦੇ ਨੇੜੇ ਕਰਦੀਆਂ ਨੇ। ਬਹੁਤ ਸਹੀ ਤੁਸੀਂ ਵਿਆਖਿਆ ਕਰ ਰਹੇ ਹੋ ਵਰਤਮਾਨ ਦੌਰ ਦੀ। ਮੇਰੀ ਇੱਕ ਹੋਰ ਅਗਲਾ ਜਿਹੜਾ ਕੁਐਸਚਨ ਹੈ ਉਹ ਇਹ ਹੈ ਕਿ ਜਿਹੜੀ ਹੁਣ ਅਸੀਂ ਗਜ਼ਲ 'ਤੇ ਫਿਰ ਗੱਲ ਕਰਦੇ ਹਾਂ, ਦੁਬਾਰਾ ਗਜ਼ਲ ਵੱਲ ਫਿਰ ਮੁੜਦੇ ਹਾਂ, ਕਿ ਵਰਤਮਾਨ ਦੌਰ ਵਿੱਚ ਜਿਹੜੀ ਗਜ਼ਲ ਲਿਖੀ ਜਾ ਰਹੀ ਹੈ, ਕੀ ਉਹ ਸਾਰਥਕ ਗਜ਼ਲ ਹੈ ਜਾਂ ਉਹਨੂੰ ਸਹੀ ਅਰਥਾਂ ਵਿੱਚ ਅਸੀਂ ਗਜ਼ਲ ਕਹਿ ਸਕਦੇ ਹਾਂ? ਇੱਕ ਤਾਂ ਬੇਟੇ ਜਿਹੜਾ ਇੱਥੇ ਬਹੁਤ ਬੁਰਾ ਹੋਇਆ ਵੀ ਸਾਡੇ ਪੰਜਾਬੀ ਦੇ ਜਿਹੜੇ ਅਖਬਾਰ ਸੀ ਜਾਂ ਬਹੁਤ ਸਾਰੇ ਮੈਗਜ਼ੀਨ ਬੰਦ ਹੋ ਗਏ। ਉਹਨਾਂ ਦੇ ਬੰਦ ਹੋਣ ਨਾਲ ਇਹ ਹੋਇਆ ਕਿ ਜਿਹੜੇ ਨਵੇਂ ਗਜ਼ਲਕਾਰ ਹੈ
ਉਹ ਲਿਖਣ ਦੇ ਪਿੱਛੋਂ ਤੁਰੰਤ ਉਹ ਫੇਸਬੁੱਕ ਤੇ ਪਾ ਦਿੰਦੇ ਆ। ਫਿਰ ਉਹ 100 200 ਬੰਦੇ ਗਰੁੱਪ ਬਣੇ ਪਿਆ ਤੇ ਵਾਹ ਵੀ ਵਾਹ, ਵਾਹ ਵੀ ਵਾਹ, ਵਾਹ ਵੀ ਵਾਹ। ਯਾਨੀ ਕਿ ਸੋਸ਼ਲ ਮੀਡੀਆ ਨੇ ਉਹਦਾ ਉਹ ਵੈਲਿਊ ਜਿਹੜੀ ਹੈ ਉਹ ਉਹ ਜਿਹੜਾ ਇੱਕ ਪ੍ਰੋਸੈਸ ਦੇ ਰਾਹੀਂ ਲੰਘਦਾ ਸੀ, ਬੰਦਾ ਇਮਤਿਹਾਨ ਦਿੰਦਾ ਸੀ। ਹੁਣ ਜੇ ਮਸਲਨ ਤੌਰ ਤੇ ਵੀ ਮੇਰੀਆਂ ਗਜ਼ਲਾਂ ਸ਼ੁਰੂ ਦੇ ਵਿੱਚ ਆਰਸੀ ਮੈਗਜ਼ੀਨ ਛਪੀਆਂ, ਆਰਸੀ ਸਿਰਕੱਢ ਮੈਗਜ਼ੀਨ ਹੁੰਦਾ ਸੀ। ਹਾਂ, ਉਹ ਨਵਯੁੱਗ ਦੇ ਜਿਹੜੇ ਹੁੰਦੇ ਸੀ ਮਾਲਕ ਤੇ ਪਾਪਾ ਪ੍ਰੀਤਮ ਸਿੰਘ, ਉਹ ਕੱਢਦੇ ਹੁੰਦੇ। ਉਹਨਾਂ ਨੂੰ ਪੋਇਟਰੀ ਬਾਰੇ ਬਹੁਤ ਪਤਾ ਸੀ। ਇੱਕ ਇਸ ਤਰ੍ਹਾਂ ਅੰਮ੍ਰਿਤਸਰ ਤੋਂ ਲੋ ਪੇਪਰ ਨਿਕਲਦਾ ਸੀ, ਪਰਮਿੰਦਰ ਜੀ ਤੋਂ ਉਹਨਾਂ ਦੇ ਸੰਪਾਦਕ ਹੁੰਦੇ ਸੀ। ਹੁਣ ਉਹਨਾਂ ਦੇ ਥਾਈਂ ਜਦੋਂ ਸਾਡਾ ਜਾਂਦਾ ਸੀ ਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਗਜ਼ਲਾਂ ਛਪਦੀਆਂ, ਉੱਥੇ ਸਾਡੀਆਂ ਗਜ਼ਲਾਂ ਵੀ ਮਿਆਰ ਦੇਖ ਕੇ ਛਪਦੀਆਂ। ਜਾਂ ਅਜੀਤ ਦੇ ਵਿੱਚ ਮੇਰੀ ਘੱਟੋ ਘੱਟ 100 ਗਜ਼ਲ ਅਜੀਤ ਦੇ ਵਿੱਚ ਛਪੀ ਹੋਊਗੀ। ਮਤਲਬ ਕਿ ਉਹ ਛਾਣਬੀਣ ਹੋ ਜਾਂਦੀ ਸੀ ਛਪਣ ਤੱਕ ਉਸ ਰਚਨਾ ਨਹੀਂ ਕਿ ਇਮਤਿਹਾਨ ਚੋਂ ਪਾਸ ਹੁੰਦੇ ਸੀ ਅਸੀਂ। ਉਹਦੇ ਪਾਸ ਹੋਣ ਕਰਕੇ ਫਿਰ ਸਾਡਾ ਪੱਧਰ ਬਣਦਾ ਗਿਆ ਵੀ ਜੇ ਕਮਜ਼ੋਰ ਹੈ ਕੋਈ, ਉਹ ਛਪਣੀ ਨਹੀਂ ਜਾ ਕੇ। ਮਿਹਨਤ ਉਹ ਤੇ ਇੰਨੀ ਕਰਦੇ ਸੀ ਅਸੀਂ ਵੀ ਤਾਂ ਕਿ ਅਸੀਂ ਮੁਕਾਬਲੇ 'ਚੋਂ ਫੇਲ ਨਾ ਹੋਈਏ। ਹੁਣ ਉਹ ਨਹੀਂ ਰਿਹਾ। ਵਰਤਮਾਨ ਗਜ਼ਲਕਾਰ ਕੀ ਕਰਦੇ ਨੇ ਵੀ ਉਹ ਸੋਸ਼ਲ ਮੀਡੀਆ ਤੇ ਜਲਦੀ ਪਾ ਦਿੰਦੇ ਨੇ, ਉਹਦੀ ਜਿਹੜੀ ਉਹ ਅਸੀਂ ਗੁਣ ਦੋਸ਼ ਤਾਂ ਪਰਖ ਨਹੀਂ ਸਕਦੇ ਤੇ ਉਹ ਜਿਹੜੀ ਹੈ ਰਚਨਾ ਕੰਪਲੀਟ ਰਚਨਾ ਨਹੀਂ। ਹੁਣ ਜੇ ਆਪਾਂ ਕਹੀਏ ਵੀ ਗਜ਼ਲਕਾਰ ਬਣਨ ਲਈ ਕੀ ਕੁਝ ਜ਼ਰੂਰੀ ਹੈ, ਗਜ਼ਲਕਾਰ ਬਣਨ ਲਈ ਇਹ ਜ਼ਰੂਰੀ ਨਹੀਂ ਹੈ ਵੀ ਆਦਮੀ ਗਜ਼ਲਾਂ ਦੀਆਂ ਕਿਤਾਬਾਂ ਪੜ੍ਹੇ। ਉਹ ਕਹਾਣੀ ਨਾਵਲ ਉਹਦੇ ਰਾਹੀਂ ਉਹਨੂੰ ਸਮਾਜ ਦਾ ਪੂਰਾ ਗਿਆਨ ਹੋਣਾ ਚਾਹੀਦਾ, ਹਰ ਪੱਖ ਦਾ ਗਿਆਨ ਵੀ ਕਿਹੜੇ ਲੋਕ ਨੇ ਜਿਹੜੇ ਸਾਡੇ ਆਮ ਲੋਕਾਂ ਦੇ ਜੀਵਨ 'ਚ ਖਲਲ ਪੈਦਾ ਕਰਦੇ ਆ ਅਤੇ ਉਹਨਾਂ ਦੀਆਂ ਨੀਂਦਾਂ ਜਿਹੜੀਆਂ ਹੈਗੀਆਂ ਉਹ ਕੱਚੀਆਂ ਧਾਗੇ ਵਰਗੀਆਂ ਕਰਦੇ ਨੇ, ਜਾਂ ਉਹਨਾਂ ਦੀ ਜਿਹੜੀ ਮਿਹਨਤ ਹੈ ਜਾਂ ਮੁੜਕ ਹੈ ਉਹਦੀ ਕਿਸ ਤਰ੍ਹਾਂ ਉਹ ਸ਼ੋਸ਼ਣ ਕਰਦੇ ਆ, ਜਾਂ ਇੱਕ ਚੰਗੇ ਭਲੇ ਆਦਮੀ ਨੂੰ ਉਹਦੇ ਮਨ ਦੇ ਵਿੱਚ ਮਤਲਬ ਡਿਸਟਰਬ ਕਰਕੇ ਰੱਖਦੇ ਆ। ਉਹ ਜਦੋਂ ਤੱਕ ਸਾਨੂੰ ਪੂਰਨ ਤੌਰ 'ਤੇ ਚੇਤਨ ਨਹੀਂ ਆਦਮੀ ਕੋਈ, ਅਤੇ ਗਜ਼ਲ ਲਿਖਣ ਲਈ ਬਹਿਰ ਵਜਨ ਬਹੁਤੀ ਨਹੀਂ। ਮੰਨ ਲਓ ਵੀ ਆਹ ਗਲਾਸ ਹੈ ਇੱਕ, ਇਹ 'ਚ ਪਾਣੀ ਪਿਆ ਹੈ, ਇਹ ਪਾਣੀ ਨੂੰ ਇਹ ਗਲਾਸ ਦਾ ਰੋਕਿਆ ਹੋਇਆ ਵੀ ਉਹ ਬਾਹਰ ਨਾ ਜਾਵੇ। ਬਹਿਰ ਹੈ ਜਿਹੜੀ, ਬਹਿਰ ਗਲਾਸ ਵਾਂਗੂ ਉਹ ਇੱਕ ਰੋਕਣ ਵਾਲੀ ਚੀਜ਼ ਹੈ ਸਾਡੇ ਵਿਚਾਰਾਂ ਨੂੰ, ਖਿਲਰ ਨਹੀਂ ਦਿੰਦੀ ਉਹ, ਇੱਕ ਪੈਮਾਨਾ। ਹਾਂ, ਹੁਣ ਬਹਿਰ ਵਜਨ ਦਾ ਤਾਂ ਇੰਨਾ ਹੀ ਰੋਲ ਹੈ ਵੀ ਜਿਵੇਂ ਆ ਗਲਾਸ ਦਾ ਪਾਣੀ ਨੂੰ ਸਾਂਭਣ 'ਚ ਰੋਲ ਹੈ। ਇਸ ਕਰਕੇ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਬਹਿਰ ਹੈ ਜਿਹੜੀ, ਉਹ ਇਕੱਲਾ ਰੋਕ ਕੇ ਮਤਲਬ ਤਰਤੀਬਬੱਧ ਕਰਨ ਦੀ ਇੱਕ ਚੀਜ਼ ਆ। ਉਹ ਸਾਰਾ ਕੁਛ ਹੁਣ ਜਿਵੇਂ ਸਾਡੇ ਕੁਛ ਸ਼ਾਇਰ ਹੈ ਉਹ ਉਸਤਾਦ ਸ਼ਾਇਰ ਕਹਾਉਂਦੇ ਆ, ਅੱਜ ਤੱਕ ਮੈਂ ਕਦੇ ਵੀ ਉਸਤਾਦ ਸ਼ਾਇਰ ਨਹੀਂ ਕਹਾਇਆ, ਜਦ ਕਿ ਮੈਨੂੰ ਪਤਾ ਉਹਨਾਂ ਜਿੰਨਾ ਹੀ ਹੈ। ਅਤੇ ਫਿਰ ਉਹ ਚੇਲੇ ਪਾਲਦੇ ਆ, ਉਹ ਚੇਲੇ ਪਾਲ ਕੇ ਫਿਰ ਉਹਨਾਂ ਕੋਲ ਰਹਿਣਾ, ਜਾ ਕੇ ਉਹਨਾਂ ਕੋਲ ਜਾ ਖਾਣ ਪੀਣ ਕਰਨਾ, ਅਤੇ ਫਿਰ ਉਹ ਚੇਲੇ ਉਹਨਾਂ ਵਾਸਤੇ ਪ੍ਰੋਗਰਾਮ ਕਰਦੇ ਆ, ਪ੍ਰਧਾਨੀਆਂ ਕਰਾਉਂਦੇ ਨੇ। ਉਹ ਜਦ ਕਿ ਉਹਨੂੰ ਭੁਲੇਖਿਆ ਵੀ ਅਸੀਂ ਵੱਡੇ ਗਜ਼ਲਕਾਰ ਹਾਂ, ਹਾਲਾਂਕਿ ਉਹ ਬਹਿਰ ਵਜਨ ਬਾਰੇ ਜਾਣਦੇ ਆ, ਵਿਸ਼ਿਆਂ ਬਾਰੇ ਨਹੀਂ। ਗਜ਼ਲਕਾਰ ਆਪ ਚੰਗੇ ਨਹੀਂ ਹਨ। ਉਹ ਆਪ ਤਾਂ ਜਿਵੇਂ ਪਰੰਪਰਾਵਾਦੀ ਗਜ਼ਲ ਹੈ ਜਾਂ ਉਹਦੇ ਨੇੜੇ ਤੇੜੇ ਜਾਂ ਤੋੜਪੰਨ ਕਰਕੇ ਗਜ਼ਲ ਬਣਾ ਦਿੰਦੇ ਆ। ਉਹ ਗਜ਼ਲ ਬਣਾਈ ਜਾਣ ਵਾਲੀ ਚੀਜ਼ ਨਹੀਂ। ਹੁਣ ਮਕਾਨ ਬਣਾਈ ਜਾਣ ਵਾਲੀ ਚੀਜ਼ ਹੈ ਜਾਂ ਦਰਵਾਜ਼ਾ ਬਣਾਈ ਜਾਣ ਵਾਲੀ ਚੀਜ਼ ਹੈ। ਬਿਲਕੁਲ ਸਹੀ ਕਿਹਾ। ਇਸ ਤਰ੍ਹਾਂ ਗਜ਼ਲ ਤੇ ਕਵਿਤਾ ਬਣਾਈ ਜਾਣ ਵਾਲੀ ਚੀਜ਼ ਨਹੀਂ ਹੈ। ਇਹਦੇ ਸੁਰਤਾ, ਇਹਦੇ 'ਚ ਨਜ਼ਰੀਆ, ਇਹਦੇ ਵਿੱਚ ਤੁਹਾਡੀ ਚੇਤਨਤਾ, ਇਹਦੇ ਵਿੱਚ ਤੁਹਾਡੀ ਫਿਕਰਮੰਦੀ, ਸਮਾਜ ਦੀ ਫਿਕਰਮੰਦੀ ਆ, ਉਹ ਇਹਦੇ ਵਿੱਚ ਰਿਸ਼ਤਿਆਂ ਦੀ ਖੋਹ ਜਾਂ ਜਿਹੜੀ ਦੁੱਖਾਂ ਦੀ ਹੂਕ, ਆਪਦੇ ਜਿਹੜੇ ਬਗਾਨੇ ਦੁੱਖ ਨੇ ਉਹ ਆਪਦੇ ਬਣਾਉਣੇ ਪੈਂਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਆਪਦੇ ਬੰਦੇ ਇਨਸਾਨ ਦੇ ਇੰਨੇ ਵੱਡੇ ਦੁੱਖ ਨਹੀਂ ਹੁੰਦੇ ਜਿਵੇਂ ਲੁਕਾਈ ਦੇ ਦੁੱਖ ਆ ਜਿਹੜੇ, ਜਦੋਂ ਬੰਦਾ ਉਹ ਗਲ ਨਾਲ ਲਾਉਂਦਾ ਫਿਰ ਬੰਦਾ ਵਿਸ਼ਾਲ ਵੀ ਹੋ ਜਾਂਦਾ, ਨਿੱਜ ਵੀ ਉਹ 'ਚੋਂ ਖਤਮ ਹੋ ਜਾਂਦਾ, ਫਿਰ ਉਹ ਲੋਕਾਂ ਦਾ ਬਣ ਜਾਂਦਾ। ਜਦੋਂ ਇੱਕ ਸ਼ਾਇਰ ਲੋਕਾਂ ਦਾ ਬਣ ਕੇ ਗਜ਼ਲ ਲਿਖਦਾ ਹੈ ਜਾਂ ਗਾਉਂਦਾ, ਉਹਦੀ ਆਵਾਜ਼ 'ਚ ਦਰਦ ਪੈਦਾ ਹੁੰਦਾ, ਪਹਿਲਾਂ ਸ਼ਬਦਾਂ 'ਚ ਦਰਦ ਹੁੰਦਾ ਅਤੇ ਫਿਰ ਉਹ ਆਵਾਜ਼ ਦੇ ਵਿੱਚ ਉਹਦੇ ਦਰਦ ਜਿਹੜਾ ਸਮਾ ਜਾਂਦਾ। ਦੋਨੋਂ ਚੀਜ਼ਾਂ ਮਿਲ ਕੇ ਉਹ ਚੀਜ਼ ਬਣਦੇ। ਅਸਲ ਦੇ ਵਿੱਚ ਜਿਹੜੀ ਬਹਿਰ ਬਾਰੇ ਬਾਹਲਾ ਪਾਇਆ ਜਾਂਦਾ, ਭੇਖਾ ਡਰਾਇਆ ਜਾਂਦਾ, ਇਹ ਕੋਈ ਡਰਾਈ ਜਾਣ ਵਾਲੀ ਚੀਜ਼। ਡਰਾਈ ਜਾਣ ਵਾਲੀ ਚੀਜ਼ ਤਾਂ ਇਹੀ ਹੈ ਵੀ ਕਿਸੇ ਬੱਚੇ ਨੂੰ ਕੰਟਰੋਲ ਕਰਨ ਵਾਸਤੇ ਵੀ ਉਹ ਤਾਂ ਬਹੁਤ ਔਖਾ ਹੈ ਜੀ, ਮੈਂ ਤੈਨੂੰ ਬੜਾ ਔਖਾ ਕੰਮ ਦੱਸ ਰਿਹਾ ਅਤੇ ਬਹੁਤ ਵੱਡਾ ਆਸਾਨ ਕਰ ਰਿਹਾ। ਇਹ ਐਡੀ ਵੱਡੀ ਗੱਲ ਨਹੀਂ ਹੈ। ਹੁਣ ਇਹ ਸਾਰੀ ਗਜ਼ਲਕਾਰੀ ਉਹ ਏਕੇ ਅਤੇ ਦੂਏ ਦੇ ਆਧਾਰਿਤ ਹੈ। ਹੁਣ ਏਕਾ ਕੀ ਹੈ? ਏਕਾ ਜਿਵੇਂ ਅਸੀਂ ਕਹਿ ਤਾ ਹਰਾ, ਹੁਣ ਹਰਾ ਜਿਹੜਾ ਹਾਹਾ ਮੂਰਲਾ ਉਹ ਇਕੱਲਾ ਏਕ ਹੈ। ਹੁਣ ਰਾਰੇ ਨੂੰ ਕਰਨਾ
ਉਹ ਦੋ ਹੈ, ਇਹ ਦੋ ਬਣ ਗਏ। ਲਘੂ ਗੁਰੂ ਦਾ ਹੋਇਆ। ਲਘੂ ਤੇ ਗੁਰੂ ਬੋਲਦੇ ਇਹਨਾਂ ਨੂੰ, ਸਿੱਧੇ ਭਾਸ਼ਾ 'ਚ ਏਕਾ ਦੂਆ ਕਹਿ ਲਓ ਇਹਨੂੰ। ਤੇ ਫਿਰ ਇਹਦੀਆਂ ਬਹਿਰਾਂ ਨੇ ਜਿਹੜੀਆਂ, ਉਹ ਕਦੇ ਏਕਾ ਮੂਹਰੇ ਆ ਕੇ ਉਹਦੇ ਪਿੱਛੇ ਦੋ ਦੂਏ ਲਾ ਕੇ ਉਹ ਚਾਲ ਬਣ ਜਾਂਦੀ ਹੈ। ਕਿ ਜਾਂ ਫਿਰ ਇੱਕ ਏਕਾ ਮੂਹਰੇ ਲਾ ਕੇ ਪਿੱਛੇ ਤਿੰਨ ਦੂਏ ਲਾ ਕੇ, ਜਾਂ ਫਿਰ ਮੂਹਰੇ ਇੱਕ ਦੂਆ ਲਾ ਕੇ, ਇੱਕ ਏਕਾ ਲਾ ਕੇ ਪਿੱਛੇ ਦੋ ਦੂਏ ਲਾ ਕੇ, ਉਹ ਇਸ ਤਰ੍ਹਾਂ ਇਹ ਬਹਿਣਾ ਢਾਂਚਾ ਬਦਲ- ਬਣੀ ਜਾਂਦਾ। ਢਾਂਚਾ ਬਣ ਗਿਆ। ਇਹ ਕੋਈ ਬਹੁਤੀ ਡਰਨ ਵਾਲੀ ਜਾਂ ਡਰਾਉਣ ਵਾਲੀ ਕੋਈ ਗੱਲ ਨਹੀਂ ਹੈ। ਇਹ ਬਹੁਤ ਆਸਾਨ ਹੈ। ਅੱਜ ਹਰ ਜਿਹੜਾ ਇਨਸਾਨ ਹੈ ਜਾਂ ਸ਼ਾਇਰ ਹੈ, ਉਹ ਮੈਥ ਸਿੱਖ ਕੇ, ਸਵਾਲ ਕੱਢ ਕੇ, ਗੁਣਾ ਜੋੜ ਘਟਾਓ ਕਰਕੇ ਉਹ ਪਾਸ ਹੋਇਆ। ਉਹ ਤੇ ਉਹਦੇ ਲਈ ਕੋਈ ਮੁਸ਼ਕਿਲ ਗੱਲ ਨਹੀਂ ਹੈ। ਮੁਸ਼ਕਿਲ ਗੱਲ ਨਹੀਂ। ਮੇਰਾ ਖਿਆਲ ਹੈ ਵੀ ਜਿਹੜਾ ਰੁਚੀ ਲੈਣ ਲੱਗ ਜੇ ਬੰਦਾ, ਉਹਨੂੰ ਉਸਤਾਦ ਧਾਰਨ ਦੀ ਕੋਈ ਲੋੜ ਨਹੀਂ। ਹਾਂ, ਪਰ ਇੰਨੀ ਕੁ ਜ਼ਰੂਰ ਹੈ, ਉਹਦੇ ਮਨ 'ਚ ਕੀ ਜਜ਼ਬਾ ਹੋਣਾ ਚਾਹੀਦਾ ਹੈ ਵੀ ਮੈਂ ਨਾਮ ਕਮਾਉਣਾ ਹੈ, ਤੇ ਨਾਮ ਵੀ ਕਮਾਉਣਾ ਚੰਗਾ ਗਜ਼ਲਕਾਰ ਬਣ ਕੇ। ਬਿਲਕੁਲ। ਜਿਹੜੇ ਉਸ ਵੇਲੇ ਸਥਾਪਿਤ ਗਜ਼ਲਕਾਰ ਹੈ, ਉਹਨਾਂ ਦਾ ਮੁਕਾਬਲਾ ਉਹ ਅਸਾਰੂ ਰੂਪ 'ਚ ਕਰੇ, ਮਿਹਨਤ ਕਰਕੇ ਵੀ ਉਹਦੇ ਬਰਾਬਰ ਦੀ ਗਜ਼ਲ ਜਾ ਕੇ ਮੈਂ ਲਿਖਣੀ ਹੈ। ਇਹ ਸੁਪਨਾ ਵੱਡਾ ਹੋਵੇ, ਸੁਪਨੇ ਸਾਕਾਰ ਕਰਨ ਦੀ ਜਿਹੜੀ ਮਤਲਬ ਉਹ ਲੋੜ ਹੈ, ਉਹ ਪੂਰੀ ਕਰਦਾ ਹੋਵੇ ਉਹ। ਹਾਂ, ਇਹ ਕੋਈ ਵੱਡਾ ਲੇਖਕ ਬਣਨ ਵਾਸਤੇ ਕੋਈ ਬਾਹਰੋਂ ਸ਼ਕਤੀ ਲੈਣ ਦੀ ਲੋੜ ਨਹੀਂ ਪੈਂਦੀ। ਚੌਹਾਨ ਸਾਹਿਬ, ਤੁਸੀਂ ਇੱਕ ਜਿਹੜੀ ਹੈ ਤੁਹਾਡੀ ਗਜ਼ਲ ਦੀ ਇੱਕ ਹੋਰ ਜਿਹੜੀ ਵੱਡੀ ਗੱਲ ਹੈ, ਤੁਸੀਂ ਸਿਰਫ ਗਜ਼ਲ ਲਿਖਦੇ ਹੀ ਨਹੀਂ ਹੈਗੇ, ਤੁਸੀਂ ਗਜ਼ਲ ਗਾਉਂਦੇ ਵੀ ਹੋ। ਤੁਸੀਂ ਆਪ ਗਾਈਆਂ ਨੇ ਗਜ਼ਲਾਂ, ਤੁਹਾਡੀਆਂ ਰਿਕਾਰਡਡ ਨੇ ਸਾਡੇ ਕੋਲੇ। ਤੇ ਮਤਲਬ ਇਹ ਜਿਹੜੀ ਗਾਇਕੀ ਵਾਲੀ ਤੁਹਾਡੀ ਰੁਚੀ ਹੈ, ਇਹ ਕਿਵੇਂ ਬਚਪਨ ਤੋਂ ਹੀ ਤੁਹਾਨੂੰ ਮਿਲੀ, ਜਾਂ ਇਹ ਤੁਸੀਂ ਕਿਵੇਂ ਇਹਦੇ ਲਈ ਕੋਈ ਇਹ ਵਿਸ਼ੇਸ਼ ਗਾਇਕੀ ਕੋਸ਼ਿਸ਼ ਦੀ ਮੈਂ ਕਰਦੇ? ਤੁਹਾਨੂੰ ਗੱਲ ਦੱਸਦਾ। ਇੱਕ ਤਾਂ ਜਿਹੜਾ ਸਾਡਾ ਪਰਿਵਾਰ ਸੀ, ਉਹ ਬਚਪਨ 'ਚ ਉਹ ਖਿਲਾਰਾ ਬਹੁਤ ਸੀ, ਤੇ ਉਹ ਪਰ ਲੋੜਾਂ ਦਾ ਮਾਰਿਆ ਨਹੀਂ ਸੀ। ਸਾਡੇ ਘਰੇ ਮੇਰਾ ਬਾਪ ਮਿਲਟਰੀ ਦੇ ਵਿੱਚੋਂ ਰੇਡੀਓ ਸਭ ਤੋਂ ਪਹਿਲਾਂ ਲੈ ਕੇ ਆਇਆ। ਸਾਡੇ ਦਰਵਾਜ਼ੇ ਅੱਗੇ 100 50 ਜ਼ਿਮੀਂਦਾਰ ਜਾਂ ਸਾਰੇ ਲੋਕ ਉਹ ਰੇਡੀਓ ਸੁਣਿਆ ਕਰਦੇ। ਅਸੀਂ ਅੰਦਰੋਂ ਮੇਜ਼ 'ਤੇ ਰੱਖ ਕੇ ਬਾਹਰ ਮੂੰਹ ਉਹਨਾਂ ਨੂੰ ਨਹੀਂ ਕਰ ਦੇਣਾ। ਉਹ ਜਦੋਂ ਤੱਕ ਸਟੇਸ਼ਨ ਚੱਲਦੇ, ਦੋ ਤਿੰਨ ਸਟੇਸ਼ਨ ਹੁੰਦੇ, ਉਹ ਲੋਕ ਸੁਣ ਕੇ ਜਾਂਦੇ। ਉਹਦੇ 'ਤੇ ਆਉਂਦੇ ਗੀਤ, ਸੁਰਿੰਦਰ ਕੌਰ ਦੇ ਗੀਤ, ਜਾਂ ਜਦੋਂ ਮੇਰੀ ਜਿਹੜੀ ਉਮਰ ਹੈ, ਉਦੋਂ ਆਸਾ ਸਿੰਘ ਬਸਾਨਾ ਸੀ ਜਿਹੜੇ, ਉਹਨਾਂ ਦੀਆਂ ਬਹੁਤ ਸਾਰੀਆਂ ਗਜ਼ਲਾਂ ਪੰਜਾਬੀ ਦੇ ਵਿੱਚ ਉਹਨਾਂ ਨੇ ਗਾਈਆਂ। ਉਹਦੇ ਵਿੱਚ ਜਿਹੜਾ ਸੀ, ਉਹਨਾਂ ਨੇ ਗਜ਼ਲਾਂ 'ਚ ਪ੍ਰਕਾਸ਼ ਸਾਥੀ ਦੀਆਂ ਸੀਗੀਆਂ। ਉਹਦੇ ਵਿੱਚ ਉਸ ਵੇਲੇ ਦੇ ਜਿਹੜੇ ਗਜ਼ਲਕਾਰ ਸੀ, ਇੰਦਰਜੀਤ ਸਿੰਘ ਤੁਲਸੀ, ਉਹ ਬਹੁਤ ਵੱਡੇ ਗਜ਼ਲਕਾਰ ਸੀ। ਤੇ ਜਾਂ ਪ੍ਰਕਾਸ਼ ਸਾਥੀ ਦੀਆਂ ਗਜ਼ਲਾਂ ਬਹੁਤ ਹੋਈਆਂ ਹੋਈਆਂ ਨੇ। ਜਦੋਂ ਮੇਰੀ ਆਠੀ ਉਠਾ ਕੇ ਚੱਲਣਗੇ, ਮੇਰੇ ਯਾਰ ਸਾਹਿਬ ਹਮਾ ਕੇ ਚੱਲਣਗੇ, ਇਹ ਲੋਕ ਸ਼ਿਵ ਕੁਮਾਰ ਬਟਾਲਵੀ ਸਮਝੀ ਜਾਂਦੇ ਨੇ। ਇਹ ਪ੍ਰਕਾਸ਼ ਸਾਥੀ ਦੀ ਗਜ਼ਲ ਹੈ। ਪ੍ਰਕਾਸ਼ ਸਾਥੀ ਦੀ ਹੈ, ਹਾਂਜੀ। ਹਾਂ, ਬਿਲਕੁਲ। ਉਹਨਾਂ ਨੇ ਬਹੁਤ ਗਜ਼ਲਾਂ ਲਿਖੀਆਂ, ਚੰਗੀਆਂ ਗਜ਼ਲਾਂ ਲਿਖੀਆਂ। ਤੇ ਬਾਕੀ ਜਿਹੜੇ ਉਦੋਂ ਦੇ ਗੀਤਕਾਰ ਸੀ, ਇੰਦਰਜੀਤ ਹਸਨਪੁਰੀ ਜੀ ਜਾਂ ਹੋਰ, ਉਹ ਗਜ਼ਲਾਂ ਵੀ ਨਾਲ ਨਾਲ ਲਿਖਦੇ ਸੀ। ਉਹ ਹਾਂ, ਚਾਹੇ ਫਿਲਮਾਂ ਲਈ, ਫਿਲਮ ਯੂਨੀਵਰਸਿਟੀ ਉਹ ਜਦੋਂ ਰੇਡੀਓ ਚੱਲਦਾ ਸੀਗਾ ਤਾਂ ਅਸੀਂ ਸ਼ਾਮ ਨੂੰ ਬੱਚੇ ਸੁਣਦੇ, ਉਹ ਗਜ਼ਲਾਂ ਸਾਡੇ ਮਨ ਦੇ ਵਿੱਚ ਚੰਗੀਆਂ ਲੱਗਦੀਆਂ। ਜਾਂ ਸੰਗੀਤ ਹੈ ਜਿਵੇਂ, ਉਹ ਗਾਉਣ ਕਰਕੇ ਮੇਰੀ ਯਾਦਾਸ਼ਤ ਬਚਪਨ ਤੋਂ ਹੀ ਬਹੁਤ ਜ਼ਿਆਦਾ ਹੈ। ਉਹ ਜਦੋਂ ਅਸੀਂ ਸਲਰੇ ਵੱਢਣ ਜਾਣਾ ਜਾਂ ਕੱਖ ਖੁੱਤਣ ਜਾਣੇ ਕਿ ਜਾਂ ਆ ਕੱਢਣ ਜਾਣੇ, ਮੈਂ ਉਦੋਂ ਗਾਉਂਦਾ ਰਹਿੰਦਾ ਸੀ ਸਾਰੇ ਗੀਤ, ਰਫੀ ਦੇ ਗੀਤ, ਲਤਾ ਦੇ ਗੀਤ, ਜਾਂ ਮੁਕੇਸ਼ ਦੇ ਗੀਤ, ਪਾਕਿਸਤਾਨੀ ਗੀਤ। ਉਹ ਜਦੋਂ ਖੇਤਾਂ ਦੇ ਵਿੱਚ ਮੱਝਾਂ ਚਾਰਦੇ, ਮਤਲਬ ਉੱਥੇ ਗਾਈ ਜਾਣਾ, ਤਾਂ ਹੀ ਤਾਂ ਗਲਾ ਪੱਕ ਗਿਆ, ਸਾਹ ਚੜ੍ਹਨੋਂ ਹਟ ਗਿਆ ਸਾਰਾ। ਉਹ ਬਚਪਨ ਦਾ ਅਭਿਆਸ, ਕਿਰਤ ਦੇ ਨਾਲ ਨਾਲ ਮੇਰਾ ਇਹ ਗੀਤਾਂ ਦਾ ਸਫ਼ਰ, ਮੇਰੇ ਗਜ਼ਲਾਂ ਦਾ ਸਫ਼ਰ ਵੀ ਨਾਲ ਨਾਲ ਤੁਹਾਡਾ ਨਾਲ ਹੁੰਦਾ ਗਿਆ। ਹਾਂ, ਉਸ ਪਿੱਛੋਂ ਜਿਹੜਾ ਮੈਂ ਤੁਹਾਨੂੰ ਦੱਸ ਦਿਆਂ ਕਿ ਸਨ 70 ਦੇ ਕਰੀਬ, ਜਾਂ ਜਦੋਂ ਰੇਡੀਓ ਚੱਲਿਆ, ਉਦੋਂ ਕੋਈ ਮਿਸਤਰੀ ਆਪਦੀ ਦੁਕਾਨ 'ਚ ਲੱਕੜ ਦਾ ਕੰਮ ਕਰਦਾ ਹੁੰਦਾ, ਜਾਂ ਦਰਜੀ ਕੱਪੜੇ ਸਿਉਂਦਾ ਹੁੰਦਾ, ਕਿ ਜਾਂ ਕੋਈ ਮੋਚੀ ਜੁੱਤੀਆਂ ਸਿਉਂਦਾ ਹੁੰਦਾ, ਜਾਂ ਠੀਕ ਕਰਦਾ ਹੁੰਦਾ, ਉਹਨਾਂ ਕੋਲ ਰੇਡੀਓ ਜ਼ਰੂਰ ਹੁੰਦਾ। ਉਹ ਰੇਡੀਓ ਚੱਲਦਾ ਰਹਿੰਦਾ ਸਾਰਾ ਦਿਨ ਜਦ ਤੱਕ ਗੀਤ ਆਈ ਜਾਂਦੇ। ਉਹਨਾਂ ਨੂੰ ਉਸ ਦੌਰ ਵਿੱਚ ਰੇਡੀਓ ਵੀ ਸੀ ਬਸ ਸਾਡੇ ਕੋਲੇ। ਹੋਰ ਤੇ ਮੈਂ ਸਾਈ ਦਾ ਕੰਮ ਮਹਿਤੇ ਵੀ ਸਿੱਖਿਆ। ਉਹ ਮਹਿਤੇ ਜਿਹੜੇ ਤੁਸੀਂ ਦੱਸਿਆ ਵੀ ਇਹ ਗਾਉਣ ਦਾ ਸ਼ੌਕ ਹੈ, ਜਿਹੜਾ ਮੇਰਾ ਉਸਤਾਦ ਸੀ ਤਾਂ ਇੱਥੇ ਡੀਸਨ ਟੇਲਰ ਨੇ, ਉਹਨਾਂ ਦਾ ਬਾਪ ਸੀ ਰਾਮ ਕਿਸ਼ਨ ਸਿੰਘ। ਓਕੇ। ਉਹ ਮੇਰੇ ਮਾਮੇ ਦਾ ਜਵਾਈ ਸੀ। ਤੇ ਜਦੋਂ ਪੜ੍ਹਨ ਵਾਸਤੇ ਮੈਨੂੰ ਘਰੋਂ ਖਰਚਾ ਬੱਚਾ ਨਾ ਮਿਲਿਆ, ਪੜ੍ਹਾਉਣਾ ਨਾ ਚਾਹਿਆ, ਮੈਂ ਕੰਮ ਸਿੱਖਣ ਸਿਲਾਈ ਦਾ ਉੱਥੇ ਚਲਾ ਗਿਆ। ਉਹਦੇ ਅੱਧੀ ਪੌਣੀ ਹੀਰ ਜਿਹੜੀ ਮੂੰਹ ਚੋਂ ਨਹੀਂ ਯਾਦ ਸੀ, ਰੇਡੀਓ ਵੀ ਸੁਣਦਾ ਸੀ। ਤੇ ਜਦੋਂ ਉਹਨੇ ਕੱਪੜੇ ਸਿਉਣੇ, ਹੀਰ ਆਖਦੀ ਜੋਗਿਆ ਝੂਠ ਬੋਲੇ, ਬੜੀ ਉੱਚੀ ਆਵਾਜ਼ ਦੇ ਵਿੱਚ ਉਹ ਗਾਉਂਦਾ। ਜਦੋਂ ਲੋਕਾਂ ਦੇ ਘਰੀਂ ਕੱਪੜੇ ਸਿਉਣ ਜਾਂਦਾ, ਉਹ ਪਹਿਲਾਂ ਗੱਲ ਖੋਲ੍ਹਦਾ ਹੁੰਦਾ ਵੀ ਮੈਂ ਤੁਹਾਡੇ ਘਰੇ ਕੱਪੜੇ ਤਾਂ ਸਿਉਣ ਜਾਊਂਗਾ ਵੀ ਮੈਨੂੰ ਗਾਉਣ ਤੋਂ ਨਾ ਰੋਕਿਓ, ਵੀ ਮੈਂ ਗਾਊਂਗਾ, ਵੀ ਇਹ ਮੇਰੀ ਖੁਰਾਕ ਹੈ, ਚਾਹ ਪਾਣੀ ਦਿਓ ਜਾਂ ਨਾ ਦਿਓ, ਰੋਟੀ ਦਿਓ ਚਾਹੇ ਨਾ ਦਿਓ, ਪਰ ਮੈਨੂੰ ਗਾਉਣ ਤੋਂ ਨਾ ਰੋਕਿਓ। ਤੇ ਮਾੜਾ ਮੈਂ ਗਾਉਂਦਾ ਨਹੀਂ,
ਤੁਹਾਡੇ ਬਾਲ ਬੱਚੇ ਦੀ ਕੋਈ ਕਿਸੇ ਕਿਸਮ ਦੀ ਉਹ 'ਚ ਕੋਈ ਮਾੜਾ ਸ਼ਬਦ ਨਹੀਂ ਹੋਊਗਾ, ਉਹਦੀ ਸ਼ਰਤ ਹੁੰਦੀ ਸੀ ਇਹ। ਉਹ ਤੋਂ ਮੈਂ ਕਾਫੀ ਹੀਰ ਸਿੱਖੀ, ਜਿਹੜੀ ਹੀਰ ਦੀ ਤਰਸ ਸੀ ਉਹ ਸੁਣ ਕੇ ਮੇਰੇ ਮਨ 'ਚ ਬਹਿ ਗਈ। ਅੱਛਾ, ਪਿਛੋੜੇ ਗਜ਼ਲਾਂ ਸੁਣੀਆਂ ਮੈਂ ਸੀ ਪਹਿਲਾਂ, ਉਹ ਗਜ਼ਲਾਂ ਬਹਿਰਾਂ ਦੇ ਵਿੱਚ ਸੀ। ਅਤੇ ਜਦੋਂ ਮੈਂ ਦੁਕਾਨ ਕੀਤੀ ਉਦੋਂ ਰੇਡੀਓ ਦੇ ਉੱਤੇ ਗਜ਼ਲਾਂ ਜਿਹੜੇ ਸੀ ਰਫੀ ਸਾਹਿਬ ਦੀ ਆਵਾਜ਼ 'ਚ, ਲਤਾ ਸਾਹਿਬ ਦੀ ਆਵਾਜ਼, ਤਲਤ ਮਹਿਬੂਬ ਦੀ ਆਵਾਜ਼ ਦੇ ਵਿੱਚ, ਉਹ ਬਹਿਰਾਂ ਮੇਰੇ ਅੰਨ 'ਚ ਸਮਾਈਆਂ ਹੋਈਆਂ ਨੇ ਸਾਰੀਆਂ। ਮੇਰੇ ਮਨ 'ਚ ਸੁਣਦਿਆਂ ਜਾਂ ਗਾਉਂਦਿਆਂ ਉਹ ਸਮਾ ਗਈਆਂ। ਇੱਕ ਮੇਰੀ ਜਿਹੜੀ ਇੱਕ ਗੱਲ ਵਿਚਾਲੇ ਰਹਿ ਗਈ, ਉਹ ਸੀ ਜਿਹੜਾ ਗਜ਼ਲਕਾਰ ਬਣਨਾ ਚਾਹੁੰਦਾ ਉਹ ਘੱਟੋ ਘੱਟ ਗਾਉਣ ਦਾ ਅਭਿਆਸ ਵੀ ਕਰੇ ਨਾਲ। ਬਿਲਕੁਲ। ਹੁਣ ਜਿਹੜੇ ਸਾਡੇ ਸ਼ਾਇਰ ਨੇ ਉਹ ਜਿਹੜੇ ਰਿਦਮ ਬਾਰੇ ਨਹੀਂ ਜਾਣਕਾਰੀ ਰਹੇ, ਗਾਉਣਾ ਜਾਣਦੇ, ਉਹ ਸ਼ਬਦ ਭਾਰੇ ਸ਼ਬਦ ਆਪਦੀਆਂ ਗਜ਼ਲਾਂ 'ਚ ਆਉਂਦੇ ਆ। ਉਦਾਹਰਨ ਵਜੋਂ ਡੱਡਾ ਜਾਂ ਢੱਡਾ ਜਾਂ ਰਾੜਾ ਜਾਂ ਦੱਦੇ ਤੇ ਅੱਧਕ ਜਾਂ ਧੱਦੇ ਤੇ ਅੱਧਕ ਜਾਂ ਧੱਦਾ ਸ਼ਬਦ, ਇਹ ਸੰਗੀਤ ਦੇ ਸ਼ਬਦ ਨਹੀਂ ਹਨ। ਇਹ ਆਵਾਜ਼ ਦੇ ਵਿੱਚ ਨਾ ਤਾਂ ਇਹਨਾਂ ਦਾ ਉਚਾਰਨ ਠੀਕ ਆਉਂਦਾ, ਉਚਾਰਨ ਨਹੀਂ ਠੀਕ ਹਾਂ, ਨਾ ਮਤਲਬ ਮਲੂਕ ਸ਼ਬਦ ਨਹੀਂ। ਮਲੂਕ ਤਾਂ ਨੰਨਾ, ਨਾਣਾ, ਮੰਮਾ ਜਾਂ ਕੱਕਾ, ਖੱਖਾ, ਇਹ ਮਲੂਕ ਸ਼ਬਦ ਜਦੋਂ ਤੁਸੀਂ ਗਾਓਗੇ, ਫਿਰ ਜੋ ਗਾ ਕੇ ਤੋਂ ਲਿਖਾਂਗੇ ਅਸੀਂ, ਲਿਖਣ ਤੋਂ ਬਾਅਦ ਮੈਂ ਗਾ ਕੇ ਦੇਖਦਾ, ਜਦੋਂ ਮੈਨੂੰ ਲੱਗਦਾ ਕਿ ਗਾ ਕੇ ਮਤਲਬ ਇਹਦੇ 'ਚ ਕੋਈ ਸ਼ਬਦ ਅੜਦੇ ਆ, ਫਿਰ ਲੱਭੀਦਾ ਵੀ ਇਹਦਾ ਬਦਲ ਸ਼ਬਦ ਕਿਹੜਾ, ਵੀ ਪੰਜਾਬੀ 'ਚ ਤਾਂ ਉਰਦੂ ਦੇ ਵਿੱਚ ਕਿਹੜਾ ਸ਼ਬਦ ਆ ਜਿਹੜਾ ਇਹਦੀ ਘਾਟ ਪੂਰੀ ਕਰਦਾ ਹੋਵੇ, ਤਾਂ ਉਹ ਆ ਗਏ। ਇਸ ਕਰਕੇ ਜਿਹੜੀ ਗਾਉਣ ਦੀ ਜਿਹੜੀ ਮਤਲਬ ਹੈ ਅਭਿਆਸ ਸ਼ਾਇਰ ਨੂੰ ਹੋਵੇ ਤਾਂ ਸੋਨੇ 'ਤੇ ਸੁਹਾਗਾ ਹੁੰਦਾ। ਹੁਣ ਕਈ ਥਾਂ ਦੇ ਉੱਤੇ ਇੱਦਾਂ ਹੁੰਦੇ ਆ ਵੀ ਉੱਥੇ ਜਦੋਂ ਸ਼ਾਇਰ ਕਵੀ ਦਰਬਾਰ ਵਾਸਤੇ ਬੁਲਾਏ ਜਾਂਦੇ ਨੇ, ਕਾਲਜ ਆ ਕੋਈ ਇੰਡਸਟਰੀ ਯੂਨੀਵਰਸਿਟੀਆਂ ਨੇ, ਉੱਥੇ ਦੇ ਯਾਰ ਗਾਉਣ ਵਾਲੇ ਵੀ 3-4 ਸੱਦ ਲਓ ਯਾਰ। ਅਤੇ ਮੈਂ ਇਸ ਕਰਕੇ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਅੰਮ੍ਰਿਤਸਰ ਯੂਨੀਵਰਸਿਟੀ, ਉੱਥੇ ਇਸ ਕਰਕੇ ਹੀ ਮਤਲਬ ਮੈਂ ਜਾਂਦਾ ਰਿਹਾ। ਅਤੇ ਪਰ ਉਹ ਗੁਣ ਤਾਂ ਗਜ਼ਲ ਦਾ ਵੀ ਸੀ। ਜਦੋਂ ਇਹ ਗਾਇਕੀ ਵਾਲਾ ਆ ਜੇ ਉਹ ਬਸ ਸੋਨੇ 'ਤੇ ਸੁਹਾਗਾ ਹੋ ਜਾਂਦਾ। ਅੱਛਾ, ਜਦੋਂ ਮੇਰੀ ਪਹਿਲੀ ਗਜ਼ਲ ਸੀ ਜਿਹੜੀ, ਉਹ ਇੱਕ ਵਿਰਾਸਤੀ ਭਵਨ ਸੀਗਾ ਜਗਦੇਵ ਸਿੰਘ ਜਸਵਾਲ ਦਾ, ਪੱਖੋਵਾਲ ਰੋਡ 'ਤੇ ਬਣਾਇਆ ਹੋਇਆ, ਅਤੇ ਉੱਥੇ ਗੁਰਭਜਨ ਗਿੱਲ ਵਰਗੇ ਹੁਣ ਚਲਾ ਰਹੇ ਨੇ ਉਹ। ਉੱਥੇ ਮੈਂ ਕਵੀ ਦਰਬਾਰ 'ਤੇ ਗਿਆ ਤਾਂ ਮੈਨੂੰ ਸੁਣ ਕੇ ਜਸਵਾਲ ਸਾਹਿਬ ਧੂਰਕੋਟ ਪਿੰਡ ਵਿਆਹੇ ਹੋਏ ਸੀ, ਜਾਣਦੇ ਮੈਨੂੰ ਪਹਿਲਾਂ ਵੀ ਸੀ ਉਹ, ਉਹਦੇ ਘਰਦਿਆਂ ਨੂੰ ਭੂਆ ਕਹਿੰਦੇ ਸੀ ਅਸੀਂ। ਉਹ ਉਹਨਾਂ ਨੇ ਮੈਨੂੰ ਸੁਣਿਆ, ਮੇਰੇ ਪ੍ਰਸ਼ੰਸਕ ਵੀ ਸੀ, ਅਤੇ ਉੱਥੇ ਕਵੀ ਦਰਬਾਰ ਕੀਤਾ ਹੋਇਆ ਜਦੋਂ, ਉਹ ਮੈਨੂੰ ਕਹਿੰਦੇ ਬੂਟਾ ਸਿੰਘ ਚੌਹਾਨ ਵੀ ਅਸੀਂ ਤੈਨੂੰ ਪੈਸੇ ਅਸੀਂ ਵੀ ਦੇਵਾਂਗੇ ਕਾਫੀ, ਵੀ ਤੂੰ ਆਪਦੀ ਸੀਡੀ ਕੱਢ। ਉਹਨਾਂ ਦਾ ਸੰਗੀਤਕਾਰ ਸੀ ਅਤਲ ਸ਼ਰਮਾ। ਅਤਲ ਸ਼ਰਮਾ ਕੋਲ ਜਦੋਂ ਮੈਂ ਗਿਆ, ਉਹਨਾਂ ਨੇ ਮੈਨੂੰ ਉੱਥੇ 8 ਗਜ਼ਲਾਂ ਮੇਰੀਆਂ ਲੈ ਕੇ ਉਹ ਰਿਕਾਰਡ ਕੀਤੀਆਂ, ਉਹ ਤਰਜ਼ਾਂ ਕੁਛ ਮੇਰੀਆਂ ਸੀ, ਕੁਛ ਹੁੰਦੀਆਂ ਸੀਗੀਆਂ। ਉਹਨਾਂ ਨੇ ਪਹਿਲਾਂ ਮੈਨੂੰ ਆਪਦੀ ਆਵਾਜ਼ 'ਚ ਗਾ ਕੇ ਭੇਜੀਆਂ, ਤਾਲ ਵਜਾ ਕੇ ਨਾਲ, ਪਿੱਛੇ ਤਾਲ ਵੀ ਦੱਸੇ ਕਿਹੜੇ ਸੀਗੇ। ਉਹ ਫਿਰ ਮੈਂ ਇੱਥੇ ਮੁੰਡੇ ਰੱਖ ਕੇ ਸੰਗੀਤ ਵਾਲੇ ਅਭਿਆਸ ਕੀਤਾ। 3 ਘੰਟੇ ਰੋਜ਼ ਮੈਂ ਅਭਿਆਸ ਜਿਹੜਾ ਮੇਰੀ ਸੰਗਤ ਹੁੰਦੀ, ਉਹ 3 ਘੰਟੇ ਨਾਲ ਮੈਨੂੰ ਰਾਗਾਂ ਦੀ ਜਾਣਕਾਰੀ ਹੋ ਗਈ, ਸੁਰ 'ਚ ਗਾਉਣਾ ਵੀ ਆ ਗਿਆ, ਤਾਲ 'ਚ ਵੀ ਗਾਉਣਾ ਆ ਗਿਆ। ਅੱਛਾ, ਇੱਕ ਵੈਸੇ ਆਪਣੇ ਬਰਨਾਲੇ ਨੂੰ ਇਹ ਮਾਣ ਜਾਂਦਾ ਵੀ ਪੰਜਾਬੀ ਗਜ਼ਲ ਲਿਖੀ ਜਾਂਦੀ ਨੂੰ 150 ਸਾਲ ਹੋ ਗਿਆ, 1.5 ਸਦੀ ਹੋ ਗਿਆ। ਹਾਂ, 1.5 ਸਦੀ ਦੇ ਵਿੱਚ ਅੱਜ ਤੱਕ ਕੋਈ ਵੀ ਅਜਿਹਾ ਸ਼ਾਇਰ ਨਹੀਂ ਹੋਇਆ ਜਿਹਨੇ ਆਪਦੀਆਂ ਲਿਖੀਆਂ ਹੋਈਆਂ ਗਜ਼ਲਾਂ ਸੁਰ ਤੇ ਤਾਲ 'ਚ ਗਾਈਆਂ ਹੋਣ, ਆਪ ਹੀ ਗਾਈਆਂ। ਹਾਂ, ਮੈਥੋਂ ਪਹਿਲਾਂ ਇੱਕ ਦਹਾਕਾ ਪਹਿਲਾਂ ਸੁਰਜੀਤ ਪਾਤਰ ਦੀ ਇੱਕ ਸੀਡੀ ਆਈ ਸੀ, ਉਹ ਇਕੱਲੇ ਰਿਦਮ ਦੇ ਵਿੱਚ ਸੀ, ਸੁਰ 'ਚ ਸੀ, ਤਾਲ ਨਹੀਂ ਸੀ। ਇਹਦੀ ਸ਼ੁਰੂਆਤ ਪਹਿਲਾਂ ਬਰਨਾਲੇ ਤੋਂ ਆਪਾਂ ਕੀਤੀ ਇੱਥੋਂ, ਬਰਨਾਲੇ ਨੂੰ ਹੀ, ਕਿਉਂਕਿ ਸਾਹਿਬ ਦੇ ਫਿਰ ਜਦੋਂ ਉਹਨਾਂ ਨੇ ਤਾਂ ਉਸ ਵੇਲੇ ਤਾਂ ਸਾਥੋਂ ਇੰਨੀ ਮਿਹਨਤ ਕਰਾਈ ਅਤਲ ਸ਼ਰਮੇ ਨੇ ਦੋਨੇ ਸੀਡੀਆਂ 'ਤੇ ਮੇਰੇ, ਕਿਉਂਕਿ ਹਫ਼ਤੇ ਬਾਅਦ ਮੇਰੀ ਸਿਰਫ ਉਹਨਾਂ ਨੇ ਇੱਕੋ ਗਜ਼ਲ ਰਿਕਾਰਡ ਕਰਨੀ, ਇੱਕੋ ਗਜ਼ਲ 'ਤੇ ਇੱਕ ਮਤਲੇ ਨੂੰ 15-15 ਵਾਰ ਕਹਾ ਕੇ ਦੇਖਣਾ, ਅਤੇ ਫਿਰ ਜਿਹਨਾਂ ਨੂੰ ਸਭ ਤੋਂ ਵਧੀਆ ਲੱਗਣਾ ਉਹਨਾਂ ਨੇ ਉਹ ਰੱਖਣਾ। ਫਿਰ ਸਾਰੇ ਪਹਿਰੇ ਉਹ 15-15 ਵਾਰ ਕਹਾ ਕੇ ਜਿਹੜੇ ਸਭ ਤੋਂ ਵਧੀਆ ਕਰਕੇ ਅਤੇ ਉਹਨਾਂ ਨੇ ਛਾਂਟਣੇ। ਉਹਨਾਂ ਨੇ ਪੂਰੀ ਮਿਹਨਤ ਨਾਲ, ਜਿਵੇਂ ਕੋਈ ਸਿਰਜਣਾ ਕਰਦਾ ਹੁੰਦਾ, ਉਹਨੇ ਮੇਰੀਆਂ ਗਜ਼ਲਾਂ ਗਾਉਣ ਦੀ ਸਿਰਜਣਾ ਕੀਤੀ ਆਪ। ਉਹਨਾਂ ਦੇ ਮੇਰੇ ਮਨ 'ਚ ਬਹੁਤ ਕਦਰ ਹੈ ਵੀ ਜੇ ਅਤਲ ਸ਼ਰਮਾ ਜੀ ਮੈਨੂੰ ਨਾ ਮਿਲਦੇ, ਹੋ ਸਕਦਾ ਕਿ ਮੈਨੂੰ ਉਹ ਮੁਕਾਮ ਨਾ ਹਾਸਲ ਹੁੰਦਾ ਜਿਹੜੀ ਉਹਨਾਂ ਦੀ ਸੰਗਤ ਜਾਂ ਉਹਨਾਂ ਦੀ ਰਹਿਨਮਾਈ ਥੱਲੇ ਕੰਮ ਕਰਕੇ ਆਇਆ। ਅਤੇ ਮੇਰੀ ਪਹਿਲੀ ਸੀਡੀ ਸੀ ਚੁਰਾਹੇ ਦੇ ਦੀਵੇ, ਅਗਲੀ ਸੀ ਮੇਰੀ ਅੰਬਰ ਮੋੜ ਦਿਓ,
ਅੰਬਰ ਮੋੜ ਅੰਬਰ ਮੋੜ ਦੇ ਵਿੱਚ ਇੱਕ ਗੀਤ ਸੀ 7 ਗਜ਼ਲਾਂ ਹੂੰ ਤੇ 3 ਮੇਰੀਆਂ ਬਾਅਦ ਚ ਹੋਈਆਂ ਨੇ। ਇਹ 8 7 15 18 19 ਗਜ਼ਲਾਂ ਮੇਰੀਆਂ ਸੰਗੀਤ ਦੇ ਵਿੱਚ ਹੂੰ ਰਿਕਾਰਡ ਹੋਈਆਂ ਨੇ। ਚੌਹਾਨ ਸਾਹਿਬ, ਇੱਕ ਅੰਤਿਮ ਸਵਾਲ ਹੈ ਤੁਹਾਨੂੰ। ਸਾਡਾ ਜਿਹੜਾ ਹੁਣ ਅੱਜ ਦਾ ਵਿਦਿਆਰਥੀ ਵਰਗ ਹੈ, ਕਿਉਂਕਿ ਜਦੋਂ ਤੁਸੀਂ ਮਤਲਬ ਜਿਨ੍ਹਾਂ ਦਿਨਾਂ 'ਚ ਪਲੇ ਹੋ, ਵੱਡੇ ਹੋਏ ਹੋ, ਜਾਂ ਤੁਸੀਂ ਸਾਹਿਤ ਲਿਖਣਾ ਆਰੰਭ ਕੀਤਾ ਜਾਂ ਤੁਸੀਂ ਪੜ੍ਹਦੇ ਰਹੇ, ਉਹਨਾਂ ਦਿਨਾਂ 'ਚ ਜਿਹੜੀ ਸਾਹਿਤ ਪੜ੍ਹਨ ਦੀ ਲਗਨ ਵਿਦਿਆਰਥੀਆਂ 'ਚ ਬਹੁਤ ਹੁੰਦੀ ਸੀ। ਸਾਹਿਤ ਪੜ੍ਹਨ ਦੇ ਨਾਲ ਲਿਖਣ ਦੀ ਵੀ ਹੁੰਦੀ ਸੀ। ਤੇ ਤੁਸੀਂ ਹੁਣ ਦੇ ਵਿਦਿਆਰਥੀਆਂ ਨੂੰ ਜਾਂ ਹੁਣ ਦੇ ਨੌਜਵਾਨ ਵਰਗ ਨੂੰ ਕੀ ਸੰਦੇਸ਼ ਦੇਣਾ ਉਹਦੇ ਚਾਹੁੰਦੇ? ਤੁਹਾਨੂੰ ਮੈਂ ਗੱਲ ਦੱਸਦਾ, ਇੱਕ ਤਾਂ ਜਦੋਂ ਮੈਂ ਮੇਰੇ ਪਿੰਡ ਪੜ੍ਹਦਾ ਸੀ, ਮਾਸਟਰ ਗੁਰਚਰਨ ਸਿੰਘ ਸੀ, ਉਹ ਸਾਹਿਤਕ ਰੁਚੀਆਂ ਦੇ ਮਾਲਕ ਸੀ। ਉਹਨਾਂ ਨੇ ਪ੍ਰਾਇਮਰੀ ਦੇ ਵਿੱਚ ਵੀ ਸਾਨੂੰ 15 ਲੇਖ ਜਿਹੜੇ ਸੀਗੇ ਉਹ ਦੱਸੇ ਵੀ ਕਿਵੇਂ ਲਿਖੀ ਦੇ ਆ, ਵੀ ਲੇਖ ਬਣਦਾ ਕਿਵੇਂ ਹੈ। ਉਹਨੇ ਗੁਰੂ ਨਾਨਕ ਦੇਵ ਜਾਂ ਗੁਰੂ ਗੋਬਿੰਦ ਸਿੰਘ ਉਹ ਨਹੀਂ ਲਿਖਾਏ। ਮਤਲਬ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ। ਹਾਂ, ਉਹਨੇ ਕਹਿਣਾ ਪਿੰਡ ਦੇ ਸਰਪੰਚ ਬਾਰੇ ਲੇਖ ਲਿਖੋ, ਜਾਂ ਪਿੰਡ ਦੀ ਮਾੜੀ ਹਾਲਤ ਬਾਰੇ ਲਿਖੋ, ਤੇ ਪਿੰਡ ਦੇ ਗਰੀਬਾਂ ਬਾਰੇ ਲੇਖ ਲਿਖੋ। ਉਹ ਜਿਹੜੇ ਬਚਪਨ ਦੇ ਵਿੱਚ ਮੈਨੂੰ ਉੱਥੋਂ ਤੇ ਫਿਰ ਜਦ ਮੈਂ 6ਵੀਂ ਸਕੂਲ 'ਚ ਆਰੀਆ ਹਾਈ ਸਕੂਲ ਦੇ ਵਿੱਚ ਮੈਂ ਪੜ੍ਹਨ ਲੱਗਿਆ, ਉਦੋਂ ਇੱਕ ਉੱਥੇ ਹੁੰਦੇ ਸਾਨੂੰ ਸਾਇੰਸ ਪੜ੍ਹਾਉਂਦੇ ਹੁੰਦੇ ਅਮਰ ਸਿੰਘ ਯਾਦਵ, ਉਹਨਾਂ ਦੇ ਉਦੋਂ 3 ਕਹਾਣੀ ਸੰਗ੍ਰਹਿ ਛਪੇ ਹੋਏ ਸੀ। ਤੇ ਫਿਰ ਸੀ ਮਾਰਕੰਡਾ ਜੀ, ਉਹ ਪੰਜਾਬੀ ਟੀਚਰ ਸੀ, ਉਹਨਾਂ ਦੀਆਂ 2 ਕਿਤਾਬਾਂ ਛਪੀਆਂ ਪਈਆਂ ਸੀ। ਉਹਨਾਂ 'ਚ ਖੁਦ ਕਵੀ ਸੀ। ਤੇ ਸਾਡੇ ਵੇਲੇ ਜਿਹੜੇ ਜ਼ਿਆਦਾਤਰ ਜਿਹੜੇ ਲੇਖ ਸੀਗੇ ਉਹ ਸਾਨੂੰ ਅਧਿਆਪਕ ਦੇ ਰੂਪ ਵਿੱਚ ਮਿਲੇ, ਤੇ ਹੁਣ ਜਿਹੜੇ ਬੱਚਿਆਂ ਨੂੰ ਅਧਿਆਪਕ ਮਿਲਦੇ ਆ ਉਹ ਸਾਹਿਤਕ ਰੁਚੀਆਂ ਦੇ ਮਾਲਕ ਨਹੀਂ ਹਨ। ਬਿਲਕੁਲ ਸੱਚੀ ਗੱਲ ਹੈ। ਜਿਹੜੀ ਅਸਹਿਤਕਤਾ ਪੈਦਾ ਹੋਈ ਹੈ, ਇਹ ਟੀਚਿੰਗ ਲਾਈਨ ਦੇ ਵਿੱਚ ਗੈਰ ਅਸਹਿਤਕ ਅਧਿਆਪਕ ਆਉਣ ਨਾਲ ਹੋਈ ਹੈ। ਹੁਣ ਮੰਨ ਲਓ ਰਵਿੰਦਰ ਭੱਠਲ ਸੀ ਇੱਥੇ, ਰਵਿੰਦਰ ਭੱਠਲ ਨੇ ਬੰਦੇ ਪੈਦਾ ਕੀਤੇ ਇੱਥੇ, ਬਿਲਕੁਲ ਪੈਦਾ ਕੀਤੇ। ਹਾਂਜੀ ਬਿਲਕੁਲ ਬਿਲਕੁਲ। ਰਾਹੀ ਸਾਹਿਬ ਸੀ, ਉਹ ਜਿਹੇ ਜਿਹਾ ਕੋਈ ਬੰਦਾ ਹੁੰਦਾ ਉਹੋ ਜਿਹੀ ਆਵਾਜ਼ ਕੱਢਦਾ, ਉਸ ਆਵਾਜ਼ ਨੂੰ ਮਤਲਬ ਫਾਲੋ ਕਰਨ ਵਾਲੇ ਵੀ ਉਹੋ ਜਿਹੇ ਹੋਣਗੇ ਜਿਹੜੇ ਸਾਡੇ ਵੀ ਅਧਿਆਪਕ ਰਹੇ ਨੇ। ਹੁਣ ਭੋਲਾ ਸਿੰਘ ਸਿੰਘੜੇ ਵਰਗੇ ਇੱਥੇ ਪੜ੍ਹੇ ਨੇ। ਹਾਂ ਬਿਲਕੁਲ ਜੀ। ਹੁਣ ਮੇਰਾ ਵੱਡਾ ਭਾਈ ਮੱਖਣ ਸਿੰਘ ਚੌਹਾਨ, ਉਹ ਵੀ ਕਹਾਣੀਆਂ ਲਿਖਦਾ, ਤਾਂ ਉਹਦੀਆਂ ਕਹਾਣੀਆਂ ਪੰਜਾਬੀ ਟ੍ਰਿਬਿਊਨ ਅਜੀਤ ਦੇ ਵੀ ਛਪ ਜਾਂਦੀਆਂ। ਬਈ ਵੱਖਰੀ ਗੱਲ ਹੈ ਵੀ ਉਹ ਨਿਸ਼ਕਾਮ ਮੇਰੇ ਵਾਂਗੂ ਸਮਰਪਿਤ ਹੋ ਕੇ ਨਹੀਂ ਕਾਰਜ ਕਰ ਸਕਿਆ, ਪਰ ਉਹਨਾਂ ਨੂੰ ਇਹ ਇੱਥੋਂ ਕਾਲਜ ਤੇ ਸਕੂਲ ਦੇ ਵਿੱਚੋਂ ਜਿਹੜੀ ਉਹ ਵੀ ਆਰੀਆ ਸਕੂਲ 'ਚ ਪੜ੍ਹਿਆ ਸੀਗਾ। ਹਾਂ, ਉਹ ਕਾਲਜ ਮੈਗਜ਼ੀਨ ਦੇ ਵਿੱਚ ਉਸ ਵੇਲੇ ਤਾਂ ਰਚਨਾ ਛਾਂਟਣੀਆਂ ਮੁਸ਼ਕਿਲ ਹੋ ਜਾਂਦੀਆਂ ਸੀ, ਤੇ ਹੁਣ ਤੁਸੀਂ ਆਪਦੇ ਕਾਲਜ ਦਾ ਮੈਗਜ਼ੀਨ ਦਾ ਢਿੱਡ ਮਸਾਂ ਭਰ ਦਿਓ। ਬਿਲਕੁਲ ਸਹੀ ਵੀ ਪੂਰਾ ਹੋ ਜੇ। ਉਹ ਇਹੀ ਕਾਰਨ ਹੈ ਵੀ ਹੁਣ ਇਹ ਨਹੀਂ ਅਸਲ ਦੇ ਵਿੱਚ ਕਿ ਪੀਰੀਅਡ ਹੈ ਜਿਹੜਾ ਉਹੀ ਸਾਹਿਤ ਦਾ ਲੱਗਣਾ ਚਾਹੀਦਾ। ਹੁਣ ਕਈ ਵਾਰੀ ਮਾਫ਼ ਕਰਨਾ, ਜਿਹੜੇ 10ਵੀਂ ਦੇ ਵਿੱਚ ਨਾਵਲ ਲੱਗਿਆ ਹੁੰਦਾ ਜਾਂ ਕਹਾਣੀਆਂ ਲੱਗੀਆਂ ਹੁੰਦੀਆਂ, ਉਹ ਨਾ ਨਾਵਲ ਪੜ੍ਹਨ ਦਾ ਗਾਈਡ ਹੈ, ਉਹ ਗਾਈਡ ਦੇ ਵਿੱਚੋਂ ਹੀ ਬੱਚੇ ਪੜ੍ਹਦੇ ਹੈ। ਸਵਾਲ ਲਓ ਜੀ, ਸਵਾਲ ਨੋਟ ਕਰ ਲਓ ਜੀ, ਐਂ ਕਰ ਲਓ। ਉਹ ਪਹਿਲਾਂ ਨਾਵਲ ਜਿਹੜਾ ਸੀ, ਅਸੀਂ ਤਾਂ ਨਾਵਲ ਪੜ੍ਹਦੇ ਸੀ, ਟੈਕਸਟ ਨਹੀਂ ਪੜ੍ਹਾਈ ਜਾਂਦੀ। ਹਾਂ ਟੈਕਸਟ ਨਹੀਂ ਪੜ੍ਹਦੇ, ਟੈਕਸਟ ਨਹੀਂ ਪੜ੍ਹਾਈ ਜਾਂਦੀ। ਇਹ ਵੱਡਾ ਦੁਖਾਂਤ ਹੈ, ਇਹ ਅਸੀਂ ਦੇਖ ਰਹੇ ਹਾਂ। ਕਿਉਂਕਿ ਹੁਣ ਵੀ ਅਸੀਂ ਖੁਦ ਵੀ ਅਧਿਆਪਕ ਵਰਗ ਵਿੱਚ ਸ਼ਾਮਲ ਆਂਗੇ, ਕਿਉਂਕਿ ਦੇਖਿਆ ਹੈ ਕਿ ਬੱਚੇ ਵੀ ਟੈਕਸਟ ਵਿੱਚ ਓਨਾ ਇੰਟਰਸਟ ਨਹੀਂ ਲੈਂਦੇ, ਤੇ ਅਧਿਆਪਕ ਵੀ ਸ਼ਾਇਦ ਉਹਨਾਂ ਨੂੰ ਪ੍ਰੇਰਨਾ ਟੈਕਸਟ ਪੜ੍ਹਨ ਦੀ ਜਿਹੜੀ ਉਹ ਨਹੀਂ ਦਿੰਦੇ। ਇਹ ਸਾਡਾ ਬੜਾ ਵੱਡਾ ਘਾਟਾ। ਅੱਛਾ, ਉਹਦਾ ਕਾਰਨ ਹੋਰ ਵੀ ਹੈ ਵੀ ਜਿਹੜਾ ਅੱਜ ਅਧਿਆਪਕ ਹੈ ਨਾ, ਉਹ ਅਧਿਆਪਕ ਆਪ ਉਦਾਸ ਹੈ ਆਪਦੇ ਬੱਚਿਆਂ ਦੇ ਭਵਿੱਖ ਬਾਰੇ। ਉਹਨੂੰ ਅਧਿਆਪਕ ਨੂੰ ਆਪ ਨਹੀਂ ਪਤਾ ਮੇਰੇ ਬੱਚਿਆਂ ਦਾ ਬਣੂ ਕੀ। ਹਰੇਕ ਬੰਦੇ, ਹੁਣ ਜੇ ਬੱਚਾ 7ਵੀਂ 8ਵੀਂ ਜਾਂਦਾ ਕਿਸੇ ਦੇ, ਸਭ ਤੋਂ ਤਾਂ ਹੁਣ ਇਹ ਫਿਕਰ ਹੈ ਵੀ ਇਹ ਕਿਸੇ ਗਲਤ ਹੱਥਾਂ 'ਚ ਚੜ੍ਹ ਕੇ ਨਸ਼ਾ ਨਾ ਕਰਨ ਲੱਗ ਜੇ, ਇਹ ਚਿੱਟਾ ਨਾ ਖਾਣ ਲੱਗ ਜੇ, ਇਹ ਸਮੈਕ ਨਾ ਖਾਣ ਲੱਗ ਜੇ। ਹੁਣ ਜਦੋਂ ਅਧਿਆਪਕ ਆਪ ਹੀ ਉਦਾਸ ਹੈ ਜੀ, ਉਹ ਪੈਦਾ ਕੀ ਕਰੂਗਾ? ਉਹ ਕ੍ਰੀਏਸ਼ਨ ਕੀ ਕਰੂਗਾ? ਮਤਲਬ ਕੀ ਸਿਰਜਣਾ ਕਰੂਗਾ? ਉਹ ਤਾਂ ਅਧਿਆਪਕ ਚਿੰਤਾਵਾਨ ਹੈ ਆਪ। ਹੁਣ ਚਿੰਤਾ ਦੀ ਆਊਟਪੁੱਟ ਕੀ ਹੁੰਦੀ ਹੈ? ਬਿਲਕੁਲ ਸਹੀ ਗੱਲ ਹੈ ਤੁਹਾਡੀ। ਚਿੰਤਾ ਦੀ ਆਊਟਪੁੱਟ ਤਾਂ ਫਿਰ ਚਿੰਤਾ ਵਿੱਚ ਹੀ। ਇਹ ਤਾਂ ਅਧਿਆਪਕਾਂ ਦਾ ਜਿਹੜਾ ਫਿਕਰ ਹੈ ਨਾ, ਐਡਸ ਨੇ ਮਾੜਾ ਮੋਟਾ ਘਟਾਤਾ ਜੀ। ਐਡਸ ਕਰਕੇ ਕੁਝ ਬੱਚੇ ਜਾਣ ਲੱਗ ਗਏ ਅਧਿਆਪਕਾਂ ਦੇ, ਚਲੋ ਬੰਦੇ ਬੇਫਿਕਰ ਹੋ ਗਏ। ਕੁਝ ਵਾਧੇ ਘਾਟੇ ਬੜੇ, ਪਹਿਲਾਂ ਤਾਂ ਰਿਸ਼ਤੇ ਨਾਤੇ ਗਲਤ ਰਿਸ਼ਤੇ ਨਾਤੇ ਕਰਕੇ ਬੱਚੇ ਜਾਂਦੇ ਰਹੇ ਆ, ਹੁਣ ਇਹ ਐਡਸ ਕਰਕੇ ਵੀ ਇਹ। ਹਾਂ, ਪਰ ਮੈਂ ਅਧਿਆਪਕਾਂ ਨੂੰ ਕਹਿਣਾ ਚਾਹੂੰਗਾ, ਬੱਚਿਆਂ ਨੂੰ ਕਹਿਣਾ ਚਾਹੂੰਗਾ ਵੀ ਉਹ ਆਪਦੀ ਲਾਇਬ੍ਰੇਰੀ ਦੇ ਵਿੱਚੋਂ ਵਧਵਾ ਲਾਹਾ ਉਠਾਉਣ, ਮੋਬਾਈਲ ਨੂੰ ਵੀ ਟਾਈਮ ਦੇਣ, ਉਹ ਲਿਖਤ ਨੂੰ ਵੀ ਟਾਈਮ ਦੇਣ। ਅੱਜ ਕੋਈ ਜਿਹੜਾ ਵਿਦਿਆਰਥੀ ਚਾਹੁੰਦਾ ਹੈ ਕਿ ਜੇ ਮੈਂ ਮਤਲਬ ਬੁਲਾਰਾ ਬਣਾ, ਜਾਂ ਮੈਂ ਪੋਲੀਟੀਕਲ ਲਾਈਨ 'ਚ ਜਾ ਕੇ ਮੈਂ ਭਾਸ਼ਣ ਦੇਵਾਂ, ਲੋਕ ਸੁਣਨ ਮੈਨੂੰ, ਜਾਂ ਮੈਂ ਜਿੱਥੇ ਬੋਲਾਂ ਤਾਂ ਮੇਰਾ ਅਸਰ ਕਬੂਲਿਆ ਜਾਵੇ, ਫਿਰ ਉਹਦੇ ਲਈ ਉਹਨੂੰ ਸਾਹਿਤ ਪੜ੍ਹਨਾ ਪਊਗਾ। ਬੁਲਾਰਾ ਬਣਨ ਲਈ ਵੀ ਸਾਹਿਤ ਪੜ੍ਹਨਾ ਪਏਗਾ। ਹੁਣ ਜੇ ਕੋਈ ਆਰੀ ਹੈ, ਜੇ ਆਰੀ ਤਿੱਖੀ ਨਹੀਂ ਹੋਊਗੀ, ਉਹ ਲੱਕੜ ਕਿਵੇਂ ਕੱਟੂਗੀ? ਜੇ ਬੰਦਾ ਸਿਆਣਾ ਹੈ, ਸਿਆਣੇ ਬੰਦੇ ਨੂੰ ਸਾਹਿਤਕ ਪਾਣ ਨਹੀਂ ਚੜੂਗੀ,
ਉਹ ਸਿਆਣਾ ਕਿ ਹੋਰ ਸਿਆਣਾ ਪਰਪੱਕ ਸਿਆਣਾ ਕਿਵੇਂ ਬਣੂਗਾ। ਪਰਪੱਕ ਸਿਆਣਾ ਤੇਰਾ ਸਾਹਿਤ ਆ ਜਿਹੜਾ, ਉਹ ਬੰਦੇ ਨੂੰ ਆਲੇ ਦੁਆਲੇ ਦੇ ਦੁੱਖਾਂ ਸੁੱਖਾਂ ਨਾਲ, ਆਲੇ ਦੁਆਲੇ ਨਾਲ, ਜਾਂ ਮੈਂ ਕੀ ਹਾਂ, ਉਹਦਾ ਸਾਹਿਤ ਹੀ ਦੱਸਦਾ ਵੀ ਤੂੰ ਕੀ ਚੀਜ਼ ਹੈ। ਹੁਣ ਜਾਂ ਕਈ ਵਾਰ ਤਾਂ ਅਸੀਂ ਕਾਲਰਾਂ ਨੂੰ ਦੇ ਕੇ ਮਤਲਬ ਹੱਥ ਲਪਾ ਕੇ ਜਾਂ ਟਾਈਆਂ ਟੂਈਆਂ ਲਾ ਕੇ ਮੈਂ ਕਹਿੰਦਾ ਮੈਂ ਆ ਅਤੇ ਮੇਰਾ ਨਾਮ ਹੈ, ਸਭ ਤੋਂ ਸੋਹਣਾ, ਅੱਧੀ ਕਲਾਸ ਮੇਰੇ ਨਾਲੋਂ ਮਿੱਡੀ ਹੈ, ਕਾਲੀ ਹੈ, ਜਾਂ ਮੈਂ ਸੋਹਣਾ। ਉਹ ਸੋਹਣਾਪਣ ਇਸ ਗੱਲ 'ਚ ਨਹੀਂ ਹੈ ਕਿ ਜਾਂ ਜਾਤੀ ਮੇਰੀ ਇਹਨੂੰ ਕੋਈ ਦੇਖਦਾ। ਹੁਣ ਸਾਹਿਤ ਤਾਂ ਇਹ ਦੱਸਦਾ ਵੀ ਬੰਦਿਆ ਤੇਰੀ ਜਾਤੀ ਦਾ ਸਮਾਜ 'ਚ ਕੀ ਥਾਂ ਹੈ, ਜਾਂ ਬੰਦਿਆ ਤੇਰੇ ਸੋਹਣੇਪਣ ਦਾ ਮੁੱਲ ਕੀ ਹੈ, ਤੁਹਾਡੇ ਕਰਮ ਕਿਹੋ ਜਿਹੇ ਨੇ। ਹਾਂ, ਅਤੇ ਤੇਰੇ ਜਿਹੜਾ ਹੁਨਰ ਜੇ ਤੂੰ ਸਿੱਖੇਂਗਾ, ਤੂੰ ਕੀਮਤ ਆ ਉਹਦੀ ਹੋਣੀ ਹੈ। ਜਾਂ ਜਿਹੋ ਜਿਹਾ ਵਿਹਾਰ ਕਰੇਂਗਾ, ਵਿਹਾਰ ਦੇ ਵਿੱਚੋਂ ਤੇਰਾ ਸਮਾਜ 'ਚ ਥਾਂ ਬਣਨਾ। ਇਹ ਮੂੰਹ ਕਰਕੇ, ਨੈਣ ਨਕਸ਼ੇ ਕਰਕੇ, ਜਾਂ ਕਿਹੜੇ ਹੀਰੋ ਵਰਗੇ ਤੂੰ, ਜਾਂ ਕਿਹੜੇ ਗਾਇਕ ਵਰਗੇ, ਜਾਂ ਕਿਹੜੇ ਗਾਇਕ ਵਰਗੇ ਤੇਰੇ ਬਾਲ ਨੇ, ਇਹ ਸਾਰੀ ਬੇਕਾਰ ਚੀਜ਼ ਹੈ। ਇਹ ਸਾਹਿਤ ਤੋਂ ਬਿਨਾਂ ਉਹਨੂੰ ਕੋਈ ਨਹੀਂ ਦੱਸ। ਅੰਦਰ ਝਾਤੀ ਦਾ ਇਕੱਲਾ ਸਾਹਿਤ ਹੀ ਮਰਵਾਉਂਦਾ। ਬਿਲਕੁਲ ਸਹੀ ਗੱਲ ਕੀਤੀ ਹੈ। ਬਿਲਕੁਲ ਬਹੁਤ ਬਹੁਤ ਸ਼ੁਕਰੀਆ ਚੌਹਾਨ ਸਾਹਿਬ, ਤੁਸੀਂ ਸਾਡੇ ਇਸ STP ਚੈਨਲ ਵਿਖੇ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਚੈਨਲ ਵਿਖੇ ਆਏ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਅੰਤ ਵਿੱਚ ਮੈਂ ਇਸ ਕਾਲਜੀ ਰੂਹੇ ਰਵਾਂ ਜਿਹੜੇ ਤੁਹਾਡੇ ਅਦਾਰੇ ਦੀ ਜਤਿੰਦਰ ਨਾਥ ਸ਼ਰਮਾ, ਮੇਰੇ ਲਈ ਖੁਸ਼ੀ ਦੀ ਗੱਲ ਸੀ ਜਦੋਂ ਉਹ ਮੇਰੇ ਦਫ਼ਤਰ ਆਏ। ਉਹ ਮੈਨੂੰ ਕਹਿੰਦੇ ਬੂਟਾ ਸਿੰਘ ਜੀ, ਮੈਂ ਤੁਹਾਡੀਆਂ ਗਜ਼ਲਾਂ ਜਦੋਂ ਬਾਹਰ ਜਾਂਦਾ ਗੱਡੀ 'ਚ ਮੇਰੇ ਕੋਲ ਇੱਕੋ ਹੀ CD ਹੈ, ਮੈਂ ਤੁਹਾਨੂੰ ਸੁਣਦਾ। ਇਹੋ ਜਿਹੀ ਸ਼ਖਸੀਅਤ ਦੇ ਮਾਲਕ ਜਿਹੜੇ ਹੈਗੇ ਥੋੜ੍ਹੇ ਰੂਹੇ ਰਵਾਂ ਨੇ। ਮੈਨੂੰ ਉਮੀਦ ਹੈ ਵੀ ਇਹ ਆਪਣਾ ਚੈਨਲ ਜਿਹੜਾ ਹੈਗਾ ਬਹੁਤ ਤਰੱਕੀ ਕਰੂਗਾ, ਰੇਡੀਓ ਤਰੱਕੀ ਕਰੂਗਾ। ਸੋ ਮਚ ਸ਼ੁਕਰੀਆ ਜੀ, ਬਹੁਤ ਬਹੁਤ ਇੰਨਾ ਮਾਣ ਲਈ, ਇੰਨਾ ਮਾਣ ਦੇਣ ਲਈ, ਇੰਨਾ ਸਨਮਾਨ ਦੇਣ ਲਈ ਸ਼ੁਕਰੀਆ ਬਹੁਤ ਬਹੁਤ ਬੂਟਾ ਸਿੰਘ ਜੀ ਤੁਹਾਡਾ। ਅਤੇ STP ਦਰਸ਼ਕੋ, ਇੱਕ ਵਾਰ ਫੇਰ ਮਿਲਾਂਗੇ ਅਗਲੀ ਮੁਲਾਕਾਤ ਨਾਲ। ਬਹੁਤ ਬਹੁਤ ਸ਼ੁਕਰੀਆ।